ਪੰਜਾਬ ਸਰਕਾਰ ਤੇ ਗਵਰਨਰ ਸਾਹਿਬ ਦੇ ਵਿੱਚ ਮਤਭੇਦ ਹੋਰ ਤਿੱਖੇ ਹੋ ਰਿਹਾ। ਜਿਹੜੇ ਉਹਨਾਂ ਨੇ ਵੀਸੀ ਲਾਏ ਐਗਰੀਕਲਚਰ ਯੂਨੀਵਰਸਿਟੀ ਦੇ ਉਹਦੇ ਤੇ ਵੀ ਕਿੰਤੂ ਹੀ ਨਹੀਂ ਕੀਤਾ। ਚਿੱਠੀ ਲਿਖ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਮੈਨੂੰ 3 ਨਾਂ ਭੇਜੇ ਜਾਣ ਜਿਨ੍ਹਾਂ ਚੋਂ ਮੈਂ ਹੀ ਸਿਲੈਕਟ ਕਰ ਸਕਦਾ। ਯਾਨੀ ਕਿ ਪੰਜਾਬ ਸਰਕਾਰ ਹੁਣ ਸਰਕਾਰ ਨਹੀਂ, ਸਰਕਾਰ ਗਵਰਨਰ ਹੋਣਗੇ ਜਿੱਦਾਂ ਦਿੱਲੀ 'ਚ ਹੋਇਆ ਸੀਗਾ। ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਪੈਰਲਲ ਜਿਹੜਾ ਆ ਇੱਕ ਸਿਸਟਮ ਜਿਹੜਾ ਆ ਡਿਵੈਲਪ ਕਰਨਾ ਹੈ। ਇਹ ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ। ਹੁਣ ਤਾਜ਼ਾ ਮਾਮਲਾ ਇਹ ਆ ਗਿਆ ਕਿ ਪਹਿਲਾਂ ਮੈਡੀਕਲ ਯੂਨੀਵਰਸਿਟੀ ਬਾਰੇ ਆਇਆ ਸੀ ਫਰੀਦਕੋਟ ਵਾਲਾ ਮਾਮਲਾ, ਤੇ ਉਹ ਜਿਹੜਾ ਸਿਫਾਰਿਸ਼ ਕਰਕੇ ਨਾਂ ਭੇਜਿਆ ਗਿਆ ਉਸ ਨਾਂ ਨੂੰ ਅਪਰੂਵ ਨਹੀਂ ਕੀਤਾ ਰਾਜਪਾਲ ਸਾਹਿਬ ਨੇ। ਸਗੋਂ ਇਹ ਕਹਿ ਦਿੱਤਾ ਕਿ ਤੁਸੀਂ 3 ਨਾਂ ਭੇਜੋ। ਮੁੱਖ ਮੰਤਰੀ ਜਿਹੜੇ ਆ ਉਹ ਰਾਜਪਾਲ ਦੇ ਨਾਲ ਇਕੱਲੇ ਤੌਰ ਤੇ ਮੁਲਾਕਾਤ ਕਰਕੇ ਉਹ ਮਸਲਾ ਜਿਹੜਾ ਸਾਰਟ ਆਊਟ ਕਰਦੇ ਜਾਂ ਨਹੀਂ ਕਰਦੇ ਆ, ਨਹੀਂ ਤਾਂ ਟਕਰਾਅ ਦੀ ਸਥਿਤੀ ਤਾਂ ਬਣ ਗਈ। ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਕੇਂਦਰੀ ਰਾਜਨੀਤੀ ਦੇ ਵਿੱਚ ਜਿਹੜੀ ਰੁਕਾਵਟ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ, ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਸੱਤਾ ਵਿੱਚ ਨਹੀਂ ਵੀ ਸੀ ਉੱਥੇ ਵੀ ਸੱਤਾ ਚੋਣ ਦੀ ਖੇਡ ਜਿਹੜੀ ਉਹਨਾਂ ਨੇ ਖੇਡੀ। ਲੋਕਾਂ ਨੇ ਤਾਂ ਫਤਵਾ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ, ਤੇ ਆਮ ਆਦਮੀ ਪਾਰਟੀ ਜਿਹੜਾ ਕੰਮ ਕਰਦੀ ਆ ਨਹੀਂ ਕਰਦੀ ਆ ਉਹ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਹੈ, ਇਹ ਇੱਕ ਵੱਖਰਾ ਵਿਸ਼ਾ ਹੋ ਸਕਦਾ, ਇਹਦੀ ਨੁਕਤਾਚੀਨੀ ਹੋ ਸਕਦੀ ਹੈ, ਇਹਨੂੰ ਦੇਖਿਆ ਜਾ ਸਕਦਾ। ਪਰ ਕੀਤੇ ਹੋਏ ਕੰਮ ਨੂੰ ਜਿਹੜਾ ਆ ਉਹ ਜਾਣਬੁੱਝ ਕੇ ਜੇ ਰਾਜਪਾਲ ਕੇਂਦਰੀ ਸੱਤਾ ਦੇ ਇਸ਼ਾਰੇ ਦੇ ਉੱਤੇ ਉਹ ਰੋਕਣਗੇ ਜਾਂ ਕੀਤੇ ਜਾਣ ਵਾਲੇ ਕੰਮਾਂ ਨੂੰ ਹੋਣ ਨਹੀਂ ਦੇਣਗੇ, ਹਰ ਮਾਮਲੇ ਦੇ ਵਿੱਚ ਲੱਤ ਫਸਾਉਣਗੇ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਿਹੜਾ ਆ ਉਹ ਕੰਮ ਨਹੀਂ ਹੋਣ ਦੇਣਗੇ, ਤਾਂ ਫਿਰ ਕਿੱਦਾਂ ਗੱਡੀ ਚੱਲੂ। ਤੇ ਬਣਿਆ ਵੀ ਰਾਜਨੀਤੀ ਦੇ ਵਿੱਚ ਕੋਈ ਕਿਤੇ ਵੀ ਜਾ ਸਕਦਾ ਹੈ। ਰਾਜਨੀਤਿਕ ਵਿਅਕਤੀ ਦਾ ਜਦੋਂ ਕਿਸੇ ਰਾਜਨੀਤੀ 'ਚ ਕੋਈ ਬੰਦਾ ਜਾਂਦਾ ਹੈ ਤੇ ਉੱਥੇ ਜਾ ਕੇ ਫਿਰ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਉਸੇ ਤਰ੍ਹਾਂ ਦਾ ਫਿਰ ਬੰਦਾ ਹੋ ਜਾਂਦਾ, ਉਹਦੇ ਰੰਗ ਵੀ ਉਸੇ ਤਰ੍ਹਾਂ ਦੇ ਹੋ ਜਾਂਦੇ ਆ। ਤੇ ਇਸੇ ਕਰਕੇ ਉਹਨਾਂ ਦਾ ਜਿਹੜਾ ਪੋਲੀਟੀਕਲੀ ਜਿੱਦਾਂ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ, ਜਿਵੇਂ ਜਿਹੜਾ ਅੰਦੋਲਨ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਸ਼ੁਰੂ ਹੋ ਕੇ ਤੇ ਮੁੜ ਕੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਥੋੜੀ ਨੁਕਤਾਚੀਨੀ ਜ਼ਿਆਦਾ ਸ਼ੁਰੂ ਹੋਈ। ਉਂਝ ਉਹਨਾਂ ਦਾ ਜਿਹੜਾ ਸਰਵਿਸ ਰਹੀ ਉਹ ਸਰਵਿਸ ਦੇ ਵਿੱਚ ਕੋਈ ਬਹੁਤਾ ਉਹਨਾਂ ਦੇ ਉੱਤੇ ਕੋਈ, ਮੇਰਾ ਖਿਆਲ ਨਹੀਂ, ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਕਿਸੇ ਕਿਸਮ ਦਾ ਇਤਰਾਜ਼ ਉਦਾਂ ਤਾਂ ਦਿਖਾਈ ਨਹੀਂ ਦਿੰਦਾ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਹੋ ਗਿਆ ਜੀ ਸਮਾਂ। ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ ਅਸੀਂ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਸੁਸ਼ੀਲ ਦਸਾਂਝ ਜੀ। ਇੰਟਰਨੈਟ ਦੀ ਥੋੜ੍ਹੀ ਜਿਹੀ ਸਮੱਸਿਆ, ਫੋਨ ਦੇ ਰਾਹੀਂ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰ ਰਹੇ ਹਾਂ। ਆਸ ਹੈ ਕਿ ਅਸੀਂ ਖਬਰਾਂ ਲੈਣ 'ਚ ਕਾਮਯਾਬ ਹੋ ਜਾਵਾਂਗੇ। ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਜੀ। ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪਿਆਰੇ ਦਰਸ਼ਕੋ, ਅਸੀਂ ਮਾਫੀ ਚਾਹਾਂਗੇ ਕਿ ਤਕਨੀਕੀ ਤੌਰ ਤੇ ਅਸੀਂ ਅੱਜ ਜਿਵੇਂ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਨਹੀਂ ਕਰ ਪਾ ਰਹੇ। ਕਾਰਨ ਇਹ ਹੈ ਵੀ ਇੱਥੇ ਸਾਡੇ ਸਾਰੇ ਇਲਾਕੇ 'ਚ ਜਿਹੜਾ ਇੰਟਰਨੈਟ ਹੈ ਉਹ ਡਾਊਨ ਹੈ, ਤੇ ਕੋਸ਼ਿਸ਼ ਕਰਦੇ ਹਾਂ ਕਿ ਫੋਨ ਕਾਲ ਰਾਹੀਂ ਤੁਹਾਡੇ ਨਾਲ ਗੱਲਬਾਤ ਸਹੀ ਤਰੀਕੇ ਨਾਲ ਹੋ ਸਕੇ। ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਆਪਾਂ ਪਹਿਲਾਂ ਪੰਜਾਬ ਦੀਆਂ 2-3 ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰ ਲੈਂਦੇ ਹਾਂ। ਇੱਕ ਖਬਰ ਆ ਰਹੀ ਆ ਕਿ ਪੰਜਾਬ ਸਰਕਾਰ ਤੇ ਗਵਰਨਰ ਸਾਹਿਬ ਦੇ ਵਿੱਚ ਮਤਭੇਦ ਹੋਰ ਤਿੱਖੇ ਹੋ ਰਿਹਾ। ਜਿਹੜੇ ਉਹਨਾਂ ਨੇ ਵੀਸੀ ਲਾਏ ਐਗਰੀਕਲਚਰ ਯੂਨੀਵਰਸਿਟੀ ਦੇ ਉਹਦੇ ਤੇ ਵੀ ਕਿੰਤੂ ਹੀ ਨਹੀਂ ਕੀਤਾ। ਚਿੱਠੀ ਲਿਖ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਮੈਨੂੰ 3 ਨਾਂ ਭੇਜੇ ਜਾਣ ਜਿਨ੍ਹਾਂ ਚੋਂ ਮੈਂ ਹੀ ਸਿਲੈਕਟ ਕਰ ਸਕਦਾ। ਯਾਨੀ ਕਿ ਪੰਜਾਬ ਸਰਕਾਰ ਹੁਣ ਸਰਕਾਰ ਨਹੀਂ, ਸਰਕਾਰ ਗਵਰਨਰ ਹੋਣਗੇ ਜਿੱਦਾਂ ਦਿੱਲੀ 'ਚ ਹੋਇਆ ਸੀਗਾ। ਕੀ ਤੁਹਾਨੂੰ ਲੱਗਦਾ ਗੱਲ ਉਸ ਪਾਸੇ ਜਾ ਰਹੀ ਆ? ਦੇਖੋ, ਇਹ ਰੁਝਾਨ ਜਿਹੜਾ ਜਿਸ ਪਾਸੇ ਵੱਲ ਨੂੰ ਸਾਰੀ ਗੱਲ ਤੁਰ ਪਈ ਹੈ, ਉਹਦੇ ਤੋਂ ਲੱਗਦਾ ਹੈ ਕਿ ਸ਼ਾਇਦ ਤਹੀਆ ਕਰ ਲਿਆ ਕੇਂਦਰ ਸਰਕਾਰ ਨੇ ਕਿ ਰਾਜਪਾਲ ਦੇ ਰਾਹੀਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਪੈਰਲਲ ਜਿਹੜਾ ਆ ਇੱਕ ਸਿਸਟਮ ਜਿਹੜਾ ਆ ਡਿਵੈਲਪ ਕਰਨਾ ਹੈ। ਇਹ ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ। ਹੁਣ ਤਾਜ਼ਾ ਮਾਮਲਾ ਇਹ ਆ ਗਿਆ ਕਿ ਪਹਿਲਾਂ ਮੈਡੀਕਲ ਯੂਨੀਵਰਸਿਟੀ ਬਾਰੇ ਆਇਆ ਸੀ ਫਰੀਦਕੋਟ ਵਾਲਾ ਮਾਮਲਾ, ਤੇ ਉਹ ਜਿਹੜਾ ਸਿਫਾਰਿਸ਼ ਕਰਕੇ ਨਾਂ ਭੇਜਿਆ ਗਿਆ ਉਸ ਨਾਂ ਨੂੰ ਅਪਰੂਵ ਨਹੀਂ ਕੀਤਾ ਰਾਜਪਾਲ ਸਾਹਿਬ ਨੇ। ਸਗੋਂ ਇਹ ਕਹਿ ਦਿੱਤਾ ਕਿ ਤੁਸੀਂ 3 ਨਾਂ ਭੇਜੋ। ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵੀਸੀ ਹੈਗੇ ਆ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵੀਸੀ ਸਤਵੀਰ ਸਿੰਘ ਗੋਸਲ,
ਉਹਨਾਂ ਬਾਰੇ ਕਿਹਾ ਗਿਆ ਕਿ ਤੁਸੀਂ ਜਿਹੜੇ VC ਲਾਏ ਆ ਇਹ ਆਊਟ ਆਫ ਵੇ ਲਾਏ ਆ, ਇਹ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਇਸ ਕਰਕੇ ਇਹਨਾਂ ਨੂੰ ਹਟਾਓ ਤੇ ਮੈਨੂੰ ਨਵੇਂ 3 ਨਾ ਭੇਜੋ। ਹੁਣ ਇਹਦੇ ਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿੰਦਾ ਕਿ ਪੰਜਾਬ ਸਰਕਾਰ ਇਹਦੇ ਤੇ ਆਪਣੇ ਢੰਗ ਦੇ ਨਾਲ ਵਿਰੋਧ ਦਰਜ ਕਰਾਉਂਦੀ ਹੈ ਜਾਂ ਮੁੱਖ ਮੰਤਰੀ ਜਿਹੜੇ ਆ ਉਹ ਰਾਜਪਾਲ ਦੇ ਨਾਲ ਇਕੱਲੇ ਤੌਰ ਤੇ ਮੁਲਾਕਾਤ ਕਰਕੇ ਕੋਈ ਮਸਲਾ ਜਿਹੜਾ ਸਾਰਟ ਆਊਟ ਕਰਦੇ ਆ ਜਾਂ ਨਹੀਂ ਕਰਦੇ ਆ, ਨਹੀਂ ਤਾਂ ਟਕਰਾਅ ਦੀ ਸਥਿਤੀ ਤਾਂ ਬਣ ਗਈ। ਤੇ ਉਹਦੇ 'ਚ ਇਹ ਲੱਗਦਾ ਹੈ ਕਿ ਜਿੱਦਾਂ ਦਿੱਲੀ ਦੇ ਵਿੱਚ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਦਿੱਲੀ ਦੇ ਵਿੱਚ ਵੀ ਤੇ ਕੁਝ ਹੋਰ ਸੂਬਿਆਂ ਦੇ ਵਿੱਚ ਵੀ, ਪੱਛਮੀ ਬੰਗਾਲ ਦੇ ਵਿੱਚ ਵੀ ਰਾਜਪਾਲਾਂ ਦੇ ਰਾਹੀਂ ਜਿਹੜੀ ਹੈ ਉਹ ਇੱਕ ਸਿਆਸਤ ਜਿਹੜੀ ਹੈ ਉਹ ਕੇਂਦਰ ਸਰਕਾਰ ਖੇਡ ਰਹੀ ਹੈ। ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਕੇਂਦਰੀ ਰਾਜਨੀਤੀ ਦੇ ਵਿੱਚ ਜਿਹੜੀ ਕਾਬਜ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ, ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਸੱਤਾ ਵਿੱਚ ਨਹੀਂ ਵੀ ਸੀ ਉੱਥੇ ਵੀ ਸੱਤਾ ਚੋਣ ਦੀ ਖੇਡ ਜਿਹੜੀ ਉਹਨਾਂ ਨੇ ਖੇਡੀ, ਉਸ ਖੇਡ ਦੇ ਵਿੱਚ ਸਹਾਇਕ ਹੁੰਦੇ ਰਹੇ ਉਹਨਾਂ ਦੇ ਲਾਏ ਰਾਜਪਾਲ। ਤੇ ਇਹ ਇੱਕ ਕਿਸਮ ਦਾ ਚੁਣੀਆਂ ਹੋਈਆਂ ਸਰਕਾਰਾਂ ਦੇ ਉੱਤੇ ਇੱਕ ਕਿਸਮ ਦਾ ਵੱਡਾ ਇੱਕ ਦਬਾਅ ਬਣਾਉਣ ਦਾ ਜਿਹੜਾ ਟੈਕਟਿਸ ਹੈ ਉਹ ਕੇਂਦਰੀ ਰਾਜਨੀਤੀ ਦੇ ਵਿੱਚ ਇਸ ਵੇਲੇ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਇਹ ਬੜਾ ਖਤਰਨਾਕ ਰੁਝਾਨ ਮੰਨਿਆ ਜਾ ਸਕਦਾ। ਫਿਰ ਚੁਣੀ ਹੋਈ ਸਰਕਾਰ ਦਾ ਜਾਂ ਲੋਕਾਂ ਦੇ ਫਤਵੇ ਦਾ ਕੀ ਬਣੇਗਾ? ਲੋਕਾਂ ਨੇ ਤਾਂ ਫਤਵਾ ਦਿੱਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ, ਤੇ ਆਮ ਆਦਮੀ ਪਾਰਟੀ ਜਿਹੜਾ ਕੰਮ ਕਰਦੀ ਆ ਨਹੀਂ ਕਰਦੀ ਆ ਉਹ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਹੈ, ਇਹ ਇੱਕ ਵੱਖਰਾ ਵਿਸ਼ਾ ਹੋ ਸਕਦਾ ਹੈ, ਇਹਦੀ ਨੁਕਤਾਚੀਨੀ ਹੋ ਸਕਦੀ ਹੈ, ਇਹਨੂੰ ਦੇਖਿਆ ਜਾ ਸਕਦਾ। ਪਰ ਕੀਤੇ ਹੋਏ ਕੰਮ ਨੂੰ ਜਿਹੜਾ ਆ ਉਹ ਜਾਣਬੁੱਝ ਕੇ ਜੇ ਰਾਜਪਾਲ ਕੇਂਦਰੀ ਸੱਤਾ ਦੇ ਇਸ਼ਾਰੇ ਦੇ ਉੱਤੇ ਉਹ ਰੋਕਣਗੇ ਜਾਂ ਕੀਤੇ ਜਾਣ ਵਾਲੇ ਕੰਮਾਂ ਨੂੰ ਹੋਣ ਨਹੀਂ ਦੇਣਗੇ, ਹਰ ਮਾਮਲੇ ਦੇ ਵਿੱਚ ਲੱਤ ਫਸਾਉਣਗੇ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਿਹੜਾ ਆ ਉਹ ਕੰਮ ਨਹੀਂ ਹੋਣ ਦੇਣਗੇ, ਤਾਂ ਫਿਰ ਕਿੱਦਾਂ ਗੱਡੀ ਚੱਲੂ? ਤਾਂ ਮੈਨੂੰ ਲੱਗਦਾ ਹੈ ਕਿ ਇਹ ਟਕਰਾਅ ਪੰਜਾਬ ਵਾਸਤੇ ਭਵਿੱਖ ਦੇ ਵਿੱਚ ਹੋਰ ਖਤਰਨਾਕ ਸਿੱਧ ਹੋ ਸਕਦਾ ਹੈ। ਐਂ ਲੱਗਦਾ ਹੈ ਕਿ ਜਿੱਦਾਂ ਪੰਜਾਬ ਨੂੰ ਵੀ ਯੂਨੀਅਨ ਟੈਰੀਟਰੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਵੀ ਚੁਣੀ ਹੋਈ ਸਰਕਾਰ ਕਿਸੇ ਦੀ ਹੋਵੇ ਪਰ ਮਰਜ਼ੀ ਚੱਲੇਗੀ ਗਵਰਨਰ ਸਾਹਿਬ ਦੀ, ਜਿਨ੍ਹਾਂ ਨੂੰ ਤੋਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਹਦਾਇਤ ਹੋਏਗੀ, ਤੇ ਫਿਰ ਤਾਂ ਇਹ ਲੋਕਤੰਤਰ ਦਾ ਕੋਈ ਮਤਲਬ ਨਹੀਂ ਹੈ, ਜਮਹੂਰੀਅਤ ਦਾ ਕੋਈ ਮਤਲਬ ਨਹੀਂ ਜੀ। ਇਸ ਮਾਮਲੇ ਵਿੱਚ ਵੀ ਭਗਵੰਤ ਮਾਨ ਹੋਰਾਂ ਤੋਂ ਪਹਿਲਾਂ ਰਿਐਕਸ਼ਨ ਦੇਣ ਲਈ ਕੁਲਦੀਪ ਧਾਲੀਵਾਲ ਜਿਹੜੇ ਪੰਚਾਇਤ ਮੰਤਰੀ ਨੇ ਉਹ ਅੱਗੇ ਆਏ ਆ। ਉਹਨਾਂ ਨੇ ਕਿਹਾ ਕਿ ਜਿਹੜੀ ਇਹ ਆਪਣੀ ਰਾਜਪਾਲ ਨੇ ਚਿੱਠੀ ਲਿਖੀ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ, ਕਿਉਂਕਿ ਜਿਹੜੀ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਆ ਇਹ ਪੰਜਾਬ ਦੇ ਸੂਬੇ ਦੀ ਰੀੜ੍ਹ ਦੀ ਹੱਡੀ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਬੋਰਡ ਵੱਲੋਂ ਕੀਤੀ ਗਈ ਨਿਯੁਕਤੀ ਆ ਜਿਹਦਾ ਇਹਨਾਂ ਨੇ ਅਪਮਾਨ ਕੀਤਾ ਆ। ਤੇ ਕਿਉਂਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਚਿੱਠੀ ਜਿਹੜੀ ਆ ਇਦਾਂ ਲੱਗਦਾ ਕਿ BJP ਦੇ ਹੈੱਡਕੁਆਟਰ ਤੋਂ ਡਰਾਫਟ ਹੋ ਕੇ ਆਈ ਹੋਈ ਆ। ਸੋ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਯੂਨੀਵਰਸਿਟੀ ਆ ਇਹ UGC ਦੇ ਅੰਡਰ ਆਉਂਦੀ ਨਹੀਂ, ਇਸ ਕਰਕੇ ਗਵਰਨਰ ਨੂੰ ਭੇਜਣ ਦਾ ਕੋਈ ਮਤਲਬ ਹੀ ਨਹੀਂ। ਉਹਨਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਹਰਿਆਣਾ ਐਕਟ ਦੇ ਅਧੀਨ ਆਉਂਦੀ ਆ, ਤੇ ਇਸ ਕਰਕੇ ਗਵਰਨਰ ਦਾ ਇਹ ਕਹਿਣਾ ਜਿਹੜਾ ਬਿਲਕੁਲ ਗਲਤ ਹੈ ਤੇ ਉਹਨਾਂ ਨੂੰ ਇੱਥੇ ਮਾਫੀ ਮੰਗਣੀ ਚਾਹੀਦੀ ਆ। ਦੇਖੋ ਇੱਥੇ ਹੁਣ ਗਵਰਨਰ ਸਾਹਿਬ ਕੀ ਕਹਿੰਦੇ ਆ ਕਿ ਗਵਰਨਰ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਉਹਦੇ ਚ ਇੱਕ ਲਾਈਨ ਇਹ ਵੀ ਹੈ ਕਿ ਐਜ਼ ਏ ਚਾਂਸਲਰ, ਵੀ ਚਾਂਸਲਰ ਹੋਣ ਦੇ ਨਾਤੇ, ਕਿਉਂਕਿ ਗਵਰਨਰ ਸਾਹਿਬ ਇਹਦੇ ਚਾਂਸਲਰ ਨੇ ਯੂਨੀਵਰਸਿਟੀ ਦੇ, ਚਾਂਸਲਰ ਹੋਣ ਦੇ ਨਾਤੇ ਜਦੋਂ ਤੁਸੀਂ ਕੋਈ ਨਿਯੁਕਤੀ ਕਰਦੇ ਹੋ ਤੇ ਤੁਹਾਨੂੰ ਉਹਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ ਚਾਂਸਲਰ ਤੋਂ, ਇਹ ਉਹਨਾਂ ਨੇ ਕਿਹਾ। ਬਾਕੀ ਜਿਹੜਾ ਕਾਨੂੰਨ ਕੀ ਕਹਿੰਦਾ ਜਾਂ ਐਕਟ ਦੀ ਗੱਲ ਜਿਹੜੀ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਉਹ ਬਿਲਕੁਲ ਦਰੁਸਤ ਹੈ, ਪਰ ਇਹ ਹੈ ਵੀ ਅੜਿੱਕਾ ਤਾਂ ਪੈ ਗਿਆ ਨਾ ਉਹਦੇ ਚ। ਹੁਣ ਕੀ ਕੁਲਦੀਪ ਸਿੰਘ ਧਾਲੀਵਾਲ ਦਾ ਇੱਕ ਬਿਆਨ ਜਿਹੜਾ ਹੈ ਇਸ ਮਸਲੇ ਨੂੰ ਹੱਲ ਕਰ ਦੇਗਾ, ਜਾਂ ਉਹ ਚਿੱਠੀ ਜਿਹੜੀ ਹੈ ਚਾਂਸਲਰ ਸਾਹਿਬ ਦੀ ਯਾਨੀ ਰਾਜਪਾਲ ਦੀ, ਉਹਦਾ ਜਵਾਬ ਸਰਕਾਰ ਨੂੰ ਦੇਣਾ ਪਏਗਾ। ਉਹ ਜਵਾਬ ਜਾਂ ਫਿਰ ਸਰਕਾਰ ਦੇਵੇ ਤੇ ਉਹਦੇ ਚ ਫੈਕਟ ਦਿਖੇ, ਜਿਹੜੀਆਂ ਗੱਲਾਂ ਕੁਲਦੀਪ ਧਾਲੀਵਾਲ ਹੋਰਾਂ ਨੇ ਕਹੀਆਂ ਉਹ ਤੱਥ ਉਹਦੇ ਚ ਦਰਜ ਕੀਤੇ ਜਾਣ, ਵੀ ਉਹਦੇ ਚ ਸੰਵਿਧਾਨਕ ਤੌਰ ਦੇ ਉੱਤੇ ਰਾਜਪਾਲ ਦਾ ਜਿਹੜਾ ਹੱਕ ਹੈ ਉਹ ਨਹੀਂ ਹੈ, ਇਹ ਗੱਲ ਪ੍ਰੂਵ ਹੋਣੀ ਚਾਹੀਦੀ ਹੈ, ਤੇ ਫਿਰ ਸ਼ਾਇਦ ਕੋਈ ਮਸਲਾ ਦਾ ਹੱਲ ਹੋਵੇ। ਨਹੀਂ ਤਾਂ ਡਾਇਲੋਗ ਹੀ ਮਸਲੇ ਦਾ ਹੱਲ ਹੈ। ਕਾਰਨ ਕੀ ਹੈ, ਜਦੋਂ ਰਾਸ਼ਟਰਪਤੀ ਆਏ ਇੱਥੇ ਚੰਡੀਗੜ੍ਹ ਦੇ ਵਿੱਚ ਦ੍ਰੋਪਦੀ ਮੁਰਮੂ, ਉਸ ਦਿਨ ਵੀ ਰਾਜਪਾਲ ਸਾਹਿਬ ਨੇ ਸਵਾਲ ਉਠਾ ਦਿੱਤਾ ਸੀ ਮੁੱਖ ਮੰਤਰੀ ਕਿੱਥੇ ਹੈ, ਵੀ ਰਾਸ਼ਟਰਪਤੀ ਚੰਡੀਗੜ੍ਹ ਆਏ ਤੇ ਉਹਨਾਂ ਦੇ ਸਵਾਗਤ ਵਾਸਤੇ ਸੂਬੇ ਦੇ ਮੁੱਖ ਮੰਤਰੀ ਨਹੀਂ ਸੀ, ਤੇ ਉਹਨਾਂ ਨੇ ਉਸ ਦਿਨ ਵੀ ਇਹ ਸਵਾਲ ਉਠਾਇਆ BL ਪੁਰੋਹਿਤ ਜਿਹੜੇ ਰਾਜਪਾਲ ਹੈ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਿੱਥੇ ਹੈ, ਵੀ ਭਾਰਤ ਦੇ ਰਾਸ਼ਟਰਪਤੀ ਆਏ ਹੋਣ ਤੇ ਉਹਨਾਂ ਦੇ ਸਵਾਗਤ ਲਈ ਉਸ ਸੂਬੇ ਦੇ ਮੁੱਖ ਮੰਤਰੀ ਉੱਥੇ ਹਾਜ਼ਰ ਨਾ ਹੋਣ।
ਸੋ ਉਹ ਤਲਕ ਤਾਂ ਸ਼ੁਰੂ ਤੋਂ ਦਿਖਾਈ ਦੇ ਰਿਹਾ, ਪਰ ਇਹ ਸਰਕਾਰ ਬਣਦਿਆਂ ਸਾਰੀ ਜਿਸ ਤਰ੍ਹਾਂ ਪੈਰਲਲ ਇੱਕ ਮੀਟਿੰਗਸ ਦਾ ਦੌਰ ਚੱਲਿਆ, ਰਾਜਪਾਲ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਗਏ, ਉੱਥੇ BSF ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਂ ਕੁਝ ਹੋਰ ਜਨਤਕ ਇਕੱਠਾਂ ਦੇ ਵਿੱਚ ਵੀ ਗਏ, ਉਹਦੇ ਤੋਂ ਹੀ ਸਾਨੂੰ ਇਹ ਸਮੈਲ ਆਉਣੀ ਸ਼ੁਰੂ ਹੋ ਗਈ ਸੀ ਵੀ ਸ਼ਾਇਦ ਇੱਕ ਪੈਰਲਲ ਪੋਲਿਟਿਕਸ ਜਿਹੜੀ ਹੈ ਕੇਂਦਰ ਇਹਦੇ 'ਚ ਖੇਡ ਰਿਹਾ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਨੂੰ ਕੰਮ ਨਹੀਂ ਕਰਨ ਦਿੱਤਾ ਜਾਏਗਾ। ਕਈ ਖਤਰੇ ਖੜੇ ਨੇ ਪੰਜਾਬ ਦੇ ਸਾਹਮਣੇ। ਇੱਕ ਪਾਸੇ ਇੱਕ ਨਵਾਂ ਨੈਰੇਟਿਵ ਪੰਜਾਬ ਦੇ ਵਿੱਚ ਜਿਹੜਾ ਉਭਾਰਿਆ ਜਾ ਰਿਹਾ ਹੈ, ਇੱਕ ਨਵੀਂ ਤਰ੍ਹਾਂ ਦੀ ਕਤਾਰਬੰਦੀ ਕੀਤੀ ਜਾ ਰਹੀ ਹੈ, ਜਿਹੜੀਆਂ ਹਿੰਦੂ ਭਾਈਚਾਰਾ ਹੈ ਤੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਆ, ਮਤਲਬ ਈਸਾਈ ਭਾਈਚਾਰਾ ਖਾਸ ਤੌਰ ਦੇ ਉੱਤੇ, ਉਹਨਾਂ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ। ਉਹਨਾਂ ਨੂੰ ਇਸ ਤਰ੍ਹਾਂ ਇੱਕ ਡਰ ਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਵੀ ਇਸ ਸਰਕਾਰ ਦੇ ਹੁੰਦਿਆਂ ਤੁਸੀਂ ਸੁਰੱਖਿਅਤ ਨਹੀਂ ਹੋ ਤੇ ਤੁਹਾਨੂੰ ਫਿਰ 2024 ਦੇ ਵਿੱਚ ਕੁਝ ਹੋਰ ਸੋਚਣਾ ਚਾਹੀਦਾ ਹੈ। 2027 ਤਾਂ ਹਾਲੇ ਦੂਰ ਹੈ, ਪਰ ਘੱਟੋ ਘੱਟ 2024 ਦੇ ਵਿੱਚ ਪੰਜਾਬ ਦੇ ਲੋਕ ਕੁਝ ਇਸ ਤਰੀਕੇ ਦੇ ਨਾਲ ਕਤਾਰਬੰਦੀ ਹੋ ਜਾਏ, ਕੋਈ ਧਰੁਵੀਕਰਨ ਹੋ ਜਾਏ ਵੀ ਜਿਹੜੇ ਇਹ ਭਾਈਚਾਰੇ ਹੈ ਉਹ ਡਰ ਤੇ ਸਹਿਮ ਦੇ ਵਿੱਚ ਹੀ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾ ਦੇਣ। ਦੂਜਾ, ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਰਾਜਪਾਲ ਸਾਹਿਬ ਜੋ ਕਰ ਰਹੇ ਆ, ਉਹਦੇ ਨਾਲ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬੇਚੈਨੀ ਜੀ ਜਾਵੇ। ਲੋਕਾਂ ਨੂੰ ਲੱਗੇ ਕਿ ਸਰਕਾਰ ਤਾਂ ਇਹ ਕੁਝ ਨਹੀਂ ਹੈ, ਇਹਦੀ ਥਾਂ ਦੇ ਉੱਤੇ ਫਿਰ ਕੇਂਦਰੀ ਸੱਤਾ ਜਿਹੜੀ ਹੈ ਉਹ ਜਿਹੜੀ ਪਾਰਟੀ ਦੇ ਕੋਲ ਹੈ ਉਹਨਾਂ ਨੂੰ ਹੀ ਅਪਣਾ ਲਿਆ ਜਾਏ, ਤਾਂ ਹੀ ਅਸੀਂ ਸੁਰੱਖਿਅਤ ਮਾਹੌਲ ਦੇ ਵਿੱਚ ਰਹਿ ਸਕਦੇ ਹਾਂ। ਇਸੇ ਤਰ੍ਹਾਂ ਦੀਆਂ ਕੁਝ ਨਾ ਕੁਝ ਚਾਲਾਂ ਚੱਲ ਕੇ ਮਤਲਬ ਲਗਾਤਾਰ ਕੁਝ ਸੂਬਿਆਂ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਗੁਜਰਾਤ ਦੇ ਵਿੱਚ ਜਿਹੜੇ ਘੱਟ ਗਿਣਤੀ ਮੁਸਲਮਾਨ ਹੈ ਉਹਨਾਂ 'ਚ ਡਰ ਪੈਦਾ ਕੀਤਾ ਗਿਆ। ਉਹਨਾਂ ਨੂੰ ਇੰਨਾ ਡਰਾ ਲਿਆ ਗਿਆ ਵੀ ਉਹ ਇਹ ਮਜਬੂਰ ਹੋ ਗਏ ਵੀ ਠੀਕ ਹੈ, ਚੁੱਪ ਚਪੀਤੇ BJP ਨੂੰ ਵੋਟ ਪਾ ਲਓ ਤਾਂ ਹੀ ਸਾਡਾ ਬਚਾਅ ਆ, ਨਹੀਂ ਤਾਂ ਮੁਸ਼ਕਲ ਹਾਲਾਤ ਦੇ ਵਿੱਚ ਜੀਵਾਂਗੇ। ਵੈਸੇ ਵੀ ਦਸਾਂਝ ਸਾਹਿਬ, ਗਵਰਨਰ ਜਿਹੜੇ ਆ ਉਹਨਾਂ ਦੇ ਗਵਰਨਰਾਂ ਬਾਰੇ ਬੜੇ ਸਵਾਲ ਉੱਠਦੇ ਆ ਕਿ ਵਾਈਟ ਐਲੀਫੈਂਟ ਨੇ ਬਹੁਤ ਕੁਝ ਆ, ਸੰਵਿਧਾਨ 'ਚ ਸੋਧ ਹੋ ਕੇ ਇਹ ਜਿਹੜੀ ਚੀਜ਼ ਹੈ ਖਤਮ ਹੋਣੀ ਚਾਹੀਦੀ। ਜੇ ਭਾਰਤ ਦਾ ਫੈਡਰਲ ਢਾਂਚਾ ਬਣਾਉਣਾ ਤਾਂ ਹੋ ਸਕਦਾ ਸੰਵਿਧਾਨ ਦੇ ਜਿਹੜੇ ਨਿਰਮਾਤਾ ਨੇ ਉਹਨਾਂ ਨੇ ਕੁਝ ਸੋਚ ਸਮਝ ਕੇ ਅਹੁਦੇ ਬਣਾਏ ਹੋਣ, ਪਰ ਹੁਣ ਸਮੇਂ ਦੇ ਬੀਤਣ ਨਾਲ ਲੱਗਦਾ ਇੱਦਾਂ ਹੈ ਕਿ ਇਹ ਵਾਧੂ ਦਾ ਭਾਰ ਬਣ ਕੇ ਰਹਿ ਗਏ। ਔਰ ਖਾਸ ਕਰਕੇ ਜਿਹੜੇ ਬਨਵਾਰੀ ਲਾਲ ਪ੍ਰੋਹਤ ਵਰਗੇ ਗਵਰਨਰ ਲੱਗ ਜਾਂਦੇ ਆ ਕੁਝ ਸਟੇਟਾਂ 'ਚ, ਔਰ ਇਹਨਾਂ ਦਾ ਇਤਿਹਾਸ ਤੇ ਪਹਿਲਾਂ ਤੋਂ ਹੀ ਇਦਾਂ ਦਾ ਲਗਾਤਾਰ ਕਹਿੰਦਾ ਜਿਹੜੀ ਸਟੇਟ 'ਚ ਵੀ ਰਹੇ ਨੇ ਉੱਥੇ ਇਹਨਾਂ ਨੇ ਪੰਗੇ ਖੜੇ ਕੀਤੇ ਆ। ਇਹ ਤੋਂ ਪਹਿਲਾਂ ਜਿੱਥੇ ਵੀ ਰਹੇ ਇਹਨਾਂ ਬਾਰੇ ਇਹ ਖਬਰਾਂ ਆ ਰਹੀਆਂ ਨੇ ਕਿ ਇਹਨਾਂ ਨੇ ਕਦੀ ਵੀ ਉੱਥੇ ਅਮਨ ਸ਼ਾਂਤੀ ਨਾਲ ਸਰਕਾਰਾਂ ਨੂੰ ਨਹੀਂ ਚੱਲਣ ਦਿੱਤਾ, ਹੱਥ ਠੋਕਾ ਬਣ ਕੇ ਕੇਂਦਰ ਦਾ ਇਹ ਕੰਮ ਕਰਦੇ ਨੇ। ਦੇਖੋ, ਅੰਗਰੇਜ਼ ਦੀ ਦਿੱਤੀ ਹੋਈ ਇਹ ਕਹਿ ਲਓ ਵੀ ਮੁਸੀਬਤ ਹੈ। ਅੰਗਰੇਜ਼ਾਂ ਨੇ ਇੱਕ ਸਿਸਟਮ ਡਿਵੈਲਪ ਕਰਤਾ ਜਿਹਦੇ ਚ ਗਵਰਨਰ ਜਿਹੜਾ ਆ ਉਹ ਬਹੁਤ ਅਹਿਮ ਜਿਹੜਾ ਬਣਾ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਵੀ ਅਸੀਂ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਸਿਸਟਮ ਤੋਂ ਆਜ਼ਾਦੀ ਨਹੀਂ ਹਾਸਲ ਕੀਤੀ, ਜਦਕਿ ਬੜਾ ਸਹੀ ਮੌਕਾ ਸੀ ਕਿ ਸਿਸਟਮ ਤੁਸੀਂ ਦਰੁਸਤ ਕਰਦੇ ਤੇ ਇਹਦੇ ਤੋਂ ਮੁਕਤੀ ਪਾਉਂਦੇ। ਕੰਮ ਤਾਂ ਕੋਈ ਹੈ ਨਹੀਂ, ਤੁਹਾਨੂੰ ਪਤਾ ਸ਼ਾਹੀ ਜ਼ਿੰਦਗੀ ਮਿਲਦੀ ਆ ਜਿਹੜੇ ਖਾਸ ਤੌਰ ਤੇ ਜਿਹੜੀ ਐਕਟਿਵ ਪੋਲਿਟਿਕਸ ਦੇ ਵਿੱਚੋਂ ਰਿਟਾਇਰਮੈਂਟ ਦੇ ਨੇੜੇ ਜਿਹੜੇ ਹੁੰਦੇ ਉਹਨਾਂ ਨੂੰ ਚੱਕ ਕੇ ਗਵਰਨਰ ਬਣਾ ਦਿੱਤਾ ਜਾਂਦਾ ਤੇ ਫਿਰ ਉਹ ਆਪਣੀ ਸ਼ਾਹੀ ਜ਼ਿੰਦਗੀ ਜਿਉਂਦੇ ਰਹਿੰਦੇ ਆ। ਪਰ ਕੁਝ ਜਿਹੜੇ ਏਦਾਂ ਦੇ ਗਵਰਨਰ ਬਣਾਏ ਜਾਂਦੇ ਨੇ ਜਿਨ੍ਹਾਂ ਨੂੰ ਪੋਲੀਟੀਕਲੀ ਜਿਹੜਾ ਆ ਉਹ ਫਿਰ ਆਪਣੇ ਪੱਖ ਦੇ ਵਿੱਚ ਯੂਜ਼ ਕੀਤਾ ਜਾਂਦਾ। ਕਈਆਂ ਨੂੰ ਯੂਜ਼ ਕੀਤਾ ਜਾਂਦਾ, ਕਈ ਆਪਣੀ ਮਰਜ਼ੀ ਦੇ ਨਾਲ ਵੀ ਕੰਮ ਕਰਦੇ ਆ। ਸਾਡੇ ਸਾਹਮਣੇ ਸੱਤਿਆਪਾਲ ਮਲਿਕ ਦੀ ਵੀ ਇੱਕ ਐਗਜ਼ਾਮਪਲ ਹੈ, ਜਿਹਨੇ ਕਿਸੇ ਦੀ ਕੋਈ ਮੰਨੀ ਨਹੀਂ, ਆਪਣੀ ਮਰਜ਼ੀ ਨਾਲ ਉਹਨਾਂ ਨੇ ਕੰਮ ਕੀਤਾ ਤੇ ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਉਹ ਤੋਂ ਉਲਟ ਕੰਮ ਕੀਤਾ। ਪਰ ਕੁਝ ਏਦਾਂ ਦੇ ਵੀ ਹੈ, ਲੱਗਦਾ ਵੀ ਭਾਵੇਂ ਆਪਣੀ ਮਰਜ਼ੀ ਨਾਲ ਹੀ ਕੰਮ ਕਰਦੇ ਹੋਣ। ਜਿੱਦਾਂ ਤੁਸੀਂ BL ਪ੍ਰੋਹਤ ਦਾ ਜ਼ਿਕਰ ਕੀਤਾ ਵੀ ਜਿੱਥੇ ਵੀ ਗਏ ਉੱਥੇ ਕੋਈ ਨਾ ਕੋਈ ਜਿਹੜਾ ਆ ਉਹ ਕੁਝ ਸਾਵੇਂ ਤਰੀਕੇ ਨਾਲ ਕੰਮ ਨਹੀਂ ਕੀਤਾ, ਕੁਝ ਨਾ ਕੁਝ ਜਿਹੜਾ ਆ ਵਿਵਾਦ ਖੜਾ ਹੁੰਦਾ ਰਿਹਾ। ਹੋ ਸਕਦਾ ਇਹ ਵੀ ਏਦਾਂ ਕਿਤੇ ਅਚੇਤ ਵਿੱਚ ਹੀ ਕਰਦੇ ਹੋਣ ਜਾਂ ਆਪਣੇ ਸੁਭਾਅ ਦੇ ਮੁਤਾਬਕ ਕਰਦੇ ਹੋਣ, ਪਰ ਸਾਨੂੰ ਇਹ ਲੱਗ ਰਿਹਾ ਹੈ ਵੀ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਇੱਕ ਪੋਲਿਟਿਕਸ ਹੈ ਪੰਜਾਬ ਲਈ ਤੇ ਉਹਨੂੰ ਅੱਗੇ ਵਧਾ ਰਹੇ ਨੇ BL ਪ੍ਰੋਹਤ ਸਾਹਿਬ। ਸੋ ਇਹ ਜਿਹੜਾ ਸੰਵਿਧਾਨਕ ਤੌਰ ਦੇ ਉੱਤੇ ਸਾਡੇ ਕਹਿ ਲਓ ਵੀ ਸਿਸਟਮ ਦੇ ਵਿੱਚ ਰਾਜਪਾਲ ਜਾਂ ਗਵਰਨਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਤੋਂ ਬਾਹਰ ਜਾ ਕੇ ਕੰਮ ਕਰਨਾ, ਉਹ ਇਹ ਦਰਸਾਉਂਦਾ ਹੈ ਵੀ ਇੱਕ ਰਾਜਨੀਤੀ ਜਿਹੜੀ ਹੈ ਕੀਤੀ ਜਾ ਰਹੀ ਹੈ। ਦਸਾਂਝ ਸਾਹਿਬ, ਤੁਹਾਡੀ ਆਵਾਜ਼ ਕੱਟਣੀ ਸ਼ੁਰੂ ਹੋ ਗਈ ਜੀ। ਹਾਂਜੀ, ਤੁਹਾਡੀ ਆਵਾਜ਼ ਕੱਟ ਕੇ ਆਉਣੀ ਸ਼ੁਰੂ ਹੋ ਗਈ ਆ।
ਕੋਈ ਥੋੜੀ ਜਿਹੀ ਗੜਬੜ ਲੱਗਣ ਲੱਗੀ ਫਿਰ ਇੰਟਰਨੈਟ ਦੇ ਵਿੱਚ। ਅੱਛਾ, ਕੇਂਦਰ ਸਰਕਾਰ ਨੇ 2023-24 ਲਈ MSP ਕੁਝ ਜਿਨਸਾਂ ਦੀ ਵਧਾਈ ਆ, ਜਿਸ 'ਚ 110 ਰੁਪਏ ਕਣਕ ਦਾ ਭਾਅ ਵਧਾ ਕੇ 2125 ਕੀਤਾ ਤੇ ਸਰੋਂ ਦਾ ਮੁੱਲ 400 ਵਧਾ ਕੇ 5450 ਰੁਪਏ ਪ੍ਰਤੀ ਕੁਇੰਟਲ ਕੀਤਾ। ਕਿਸਾਨ ਜਥੇਬੰਦੀਆਂ ਦਾ ਕੋਈ ਰਿਐਕਸ਼ਨ ਆਇਆ ਜੀ ਇੱਥੇ? ਦੇਖੋ, ਰੂਟੀਨ ਦੇ ਵਿੱਚ ਹੀ ਜਿਹੜੀਆਂ MSP ਜਿਹੜੀਆਂ ਉਹ ਵਧਾਈਆਂ ਜਾਂਦੀਆਂ ਹੁੰਦੀਆਂ, ਪਰ ਅਸੀਂ ਇਹ ਦੇਖਦੇ ਰਹੇ ਹਾਂ ਕਿ MSP ਜਿਹੜੀ ਹੈ ਉਸ ਢੰਗ ਨਾਲ ਨਹੀਂ ਦਿੱਤੀ ਜਾਂਦੀ ਜਿਸ ਢੰਗ ਨਾਲ ਦਿੱਤੀ ਜਾਣੀ ਚਾਹੀਦੀ ਹੈ। ਹਾਲੇ ਮੈਂ, ਕਿਉਂਕਿ ਕੱਲ ਤੋਂ ਮੇਰਾ ਇੰਟਰਨੈਟ ਜਿਹੜਾ ਹੈ ਉਹ ਕਾਫੀ ਮੁਸ਼ਕਲ 'ਚ ਹੈ ਮੈਂ, ਤੇ ਇਸ ਕਰਕੇ ਉਹ ਸਾਰੀਆਂ ਖਬਰਾਂ ਉਸ ਰੂਪ ਦੇ ਵਿੱਚ ਮੇਰੇ ਕੋਲ ਨਹੀਂ ਵੀ ਪਹੁੰਚੀਆਂ, ਪਰ ਮੈਂ ਜਿੰਨਾ ਕੁ ਵੀ ਦੇਖਿਆ ਉਹਦੇ 'ਚ ਹਾਲੇ ਕਿਸਾਨਾਂ ਦਾ ਕੋਈ ਰਿਐਕਸ਼ਨ ਨਹੀਂ ਹੋ ਸਕਦਾ। ਦਿਨ ਚੜ੍ਹਦੇ ਨੂੰ ਕੁਝ ਰਿਐਕਸ਼ਨ ਜਿਹੜੇ ਸਾਡੇ ਸਾਹਮਣੇ ਆ ਜਾਣ, ਕਿਉਂਕਿ ਧਰਨੇ ਵੀ ਚੱਲ ਰਹੇ ਆ, ਕਿਸਾਨਾਂ ਨੇ ਵੱਖ-ਵੱਖ ਥਾਵਾਂ ਤੇ ਧਰਨੇ ਵੀ ਲਾਏ ਹੋਏ ਆ। ਸੋ ਆਏਗਾ 2-4 ਘੰਟਿਆਂ ਤੱਕ ਕੋਈ ਰਿਐਕਸ਼ਨ ਸਾਡੇ ਸਾਹਮਣੇ ਆਏਗਾ, ਪਰ ਮੈਨੂੰ ਲੱਗਦਾ ਹੈ ਵੀ ਸ਼ਾਇਦ ਕਿਸਾਨ ਜਥੇਬੰਦੀਆਂ ਦਾ ਇਹੀ ਰਿਐਕਸ਼ਨ ਆਉਣ ਵਾਲਾ ਹੈ ਵੀ ਜਿੰਨੀ MSP ਦੀ ਜ਼ਰੂਰਤ ਸੀ ਉਨੀ MSP ਨਹੀਂ ਹੈ। ਲਾਗਤ ਦੇ ਮੁਤਾਬਕ ਜਿਹੜੀ MSP ਵਧਾਈ ਗਈ ਹੈ ਉਹ ਸੰਤੁਸ਼ਟ ਨਹੀਂ ਹੋਣਗੇ ਮੈਨੂੰ ਲੱਗਦਾ ਕਿਸਾਨ। ਕੋਈ ਨਾ ਕੋਈ ਉਹਨਾਂ ਵੱਲੋਂ ਇਤਰਾਜ਼, ਕੋਈ ਨਾ ਕੋਈ ਕਿਸੇ ਕਿਸਮ ਦਾ ਰਿਐਕਸ਼ਨ ਜਿਹੜਾ ਆ ਲਾਜ਼ਮੀ ਤੌਰ ਦੇ ਉੱਤੇ ਆਉਣ ਵਾਲਾ ਹੈ ਜੀ। ਦਸਾਂਝ ਸਾਹਿਬ, ਸਾਡੇ IAS ਅਫਸਰ ਜਿਹੜੇ ਬਣਦੇ ਆ ਉਹਨਾਂ ਦੇ ਵਿੱਚ ਇੱਕ ਬੜੇ ਚਰਚਿਤ IAS ਅਫਸਰ ਰਹੇ ਨੇ ਪੰਨੂ ਸਾਹਿਬ। ਉਹਨਾਂ ਬਾਰੇ ਬੜਾ ਚੰਗਾ ਇੰਪ੍ਰੈਸ਼ਨ ਸੀਗਾ ਸਾਰਿਆਂ ਦੇ ਉੱਤੇ ਕਿ ਉਹ ਬੜੇ ਨੇਕ ਤੇ ਵਧੀਆ ਅਫਸਰ ਨੇ, ਪਰ ਹੁਣ ਲੱਗਦਾ ਸਿੰਜਾਈ ਘੰਡਾਲੇ 'ਚ ਉਹਨਾਂ ਦਾ ਨਾਮ ਵੀ ਲਗਾਤਾਰ ਬੋਲ ਰਿਹਾ ਤੇ ਉਹਨਾਂ ਤੋਂ ਵੀ ਵਿਜੀਲੈਂਸ ਡਿਪਾਰਟਮੈਂਟ ਪੁੱਛਗਿੱਛ ਕਰ ਰਿਹਾ, ਉਹ ਵੀ ਸ਼ੱਕ ਦੇ ਘੇਰੇ 'ਚ ਆ। ਕੀ ਲੱਗਦਾ ਹੈ ਕਿ ਲਗਾਤਾਰ ਉਹ ਆਪਣੀ ਟੀਮ ਨਾਲ ਮਿਲ ਕੇ ਉਹ ਵੀ ਇਸ ਦੌਰ ਜਿਹੜਾ ਕਰਪਸ਼ਨ ਦਾ ਦੌਰ ਸ਼ਾਮਲ ਹੋ ਗਏ ਹੋਣਗੇ, ਜਿਹੜਾ ਉਹਦਾ ਇਤਿਹਾਸ ਸੀ ਉਹਨੂੰ ਆਪਾਂ ਹੁਣ ਕਿਤੇ ਗੰਦਲਾ ਹੁੰਦਾ ਦੇਖਾਂਗੇ? ਦੇਖੋ, ਜਿੰਨੀ ਦੇਰ ਤੱਕ, ਕਿਉਂਕਿ ਕੁਝ ਲੋਕ ਹੁੰਦੇ ਆ ਜਿਨ੍ਹਾਂ ਬਾਰੇ ਜਿਹੜਾ ਅਕਸਰ ਤੁਹਾਡੀ ਰਾਏ ਬਣੀ ਹੁੰਦੀ ਹੈ ਵੀ ਇਹ ਲੋਕ ਜਿਹੜੇ ਆ ਸਰਕਾਰੀ ਸੇਵਾ 'ਚ ਰਹਿੰਦੇ ਆ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਤੁਹਾਡੇ ਅੰਮ੍ਰਿਤਸਰ ਦੇ DC ਵੀ ਰਹੇ ਨੇ ਕਾਨ ਸਿੰਘ ਪੰਨੂ, ਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਰਹਿੰਦਿਆਂ ਜਿਹੜਾ ਆ ਕਦੇ ਉਹਨਾਂ ਦੇ ਉੱਤੇ ਉਂਗਲ ਤਾਂ ਨਹੀਂ ਉੱਠੀ। ਪਰ ਹੁਣ ਜਿਸ ਤਰ੍ਹਾਂ ਉਹਨਾਂ ਦਾ ਜ਼ਿਕਰ ਹੋ ਰਿਹਾ, ਜਿਵੇਂ ਵਿਜੀਲੈਂਸ ਦੀ ਜਾਂਚ ਦੇ ਘੇਰੇ ਦੇ ਵਿੱਚ ਵੀ ਆਉਂਦੇ ਦਿਖਾਈ ਦੇ ਰਹੇ ਨੇ, ਤੇ ਕਈ ਵਾਰੀ ਸਵਾਲ ਜੇ ਉੱਠਦੇ ਆ ਵੀ ਹਾਂ ਕਿ ਸੱਚਮੁੱਚ ਏਦਾਂ ਤਾਂ ਨਹੀਂ। ਪਰ ਅਸੀਂ ਕਿਉਂਕਿ ਇੱਕ ਜ਼ਿੰਮੇਵਾਰ ਅਦਾਰਾ ਹੈਗੇ TV ਪੰਜਾਬੀ ਦੁਨੀਆ, ਤੇ ਇਸ ਕਰਕੇ ਅਸੀਂ ਜਿੰਨੀ ਦੇਰ ਤੱਕ ਕੁਝ ਤੱਥ ਸਾਡੇ ਸਾਹਮਣੇ ਨਹੀਂ ਹੈ ਅਸੀਂ ਸ਼ਾਇਦ ਉਹ ਨਹੀਂ ਗੱਲ ਕਵਾਂਗੇ ਜਿੱਦਾਂ ਬਾਕੀ ਥਾਵਾਂ ਤੇ ਚੱਲ ਰਹੀ ਹੋਏਗੀ। ਇਹ ਜਾਂਚ ਦਾ ਵਿਸ਼ਾ ਆ, ਕੁਝ ਫੈਕਟ ਸਾਡੇ ਸਾਹਮਣੇ ਹੋਣਗੇ ਤਾਂ ਹੀ ਅਸੀਂ ਇਹਦੇ ਤੇ ਕੋਈ ਗੱਲ ਕਰ ਸਕਦੇ ਹਾਂ। ਉਂਝ ਵੀ ਜਿੰਨੀ ਦੇਰ ਤੱਕ ਹੈ ਤਾਂ ਮਤਲਬ ਤੁਸੀਂ ਬਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਜਿਨ੍ਹਾਂ ਦੀ ਮਰਜ਼ੀ ਗੱਲ ਕਰੀ ਜਾਓ, ਜਿੰਨੀ ਦੇਰ ਤੱਕ ਉਹ ਜਿਹੜੀ ਜਾਂਚ ਜਿਹੜੀ ਆ ਕਿਸੇ ਸਿੱਟੇ ਤੇ ਨਹੀਂ ਪਹੁੰਚ ਜਾਂਦੀ, ਉਨੀ ਦੇਰ ਤੱਕ ਸਾਡਾ ਅਧਿਕਾਰ ਤੱਕ ਟੁਕੜ ਨਹੀਂ ਹੈ ਕਿ ਅਸੀਂ ਕਿਸੇ ਨੂੰ ਕਟਹਿਰੇ 'ਚ ਉਸ ਰੂਪ 'ਚ ਖੜੇ ਕਰ ਦਈਏ। ਪਰ ਇਹ ਜ਼ਰੂਰ ਹੈ ਕਿ ਕਾਨ ਸਿੰਘ ਪੰਨੂ ਹੋਰਾਂ ਦਾ ਪਿਛਲਾ ਜਿਹੜਾ ਰਿਕਾਰਡ ਹੈ ਉਹ ਬੜਾ ਕਲੀਨ ਰਿਹਾ। ਇਸ ਕਰਕੇ ਥੋੜੀ ਸਾਨੂੰ ਇਸ ਗੱਲ ਦੀ ਹੈਰਾਨੀ ਵੀ ਹੁੰਦੀ ਹੈ ਕਿ ਉਹਨਾਂ ਦਾ ਨਾਂ ਕਿਉਂ ਆ ਰਿਹਾ, ਤੇ ਇਹੀ ਕਹਿ ਸਕਦੇ ਹਾਂ ਵੀ ਉਹਨਾਂ ਦਾ ਨਾਂ ਕਿਉਂ ਆ ਰਿਹਾ, ਇਹਦੇ ਪਿੱਛੇ ਕੀ ਆ। ਤੇ ਉਹ ਖੁਦ ਵੀ ਇਹਦੇ ਬਾਰੇ ਹਾਲੇ ਉਹਨਾਂ ਨੇ ਸ਼ਾਇਦ ਕੋਈ ਗੱਲ ਏਦਾਂ ਦੀ ਦੱਸੀ ਨਹੀਂ ਹੈ ਜਾਂ ਕੀਤੀ ਨਹੀਂ, ਆਪਣਾ ਪੱਖ ਵੀ ਉਹਨਾਂ ਨੇ ਹਾਲੇ ਨਹੀਂ ਰੱਖਿਆ। ਤੇ ਮੈਨੂੰ ਲੱਗਦਾ ਹੈ ਕਿ ਥੋੜਾ ਉਡੀਕ ਕਰਨੀ ਚਾਹੀਦੀ ਹੈ, ਕੁਝ ਫੈਕਟ, ਕੁਝ ਤੱਥ ਜਦੋਂ ਸਾਡੇ ਸਾਹਮਣੇ ਹੋਣਗੇ ਫਿਰ ਸ਼ਾਇਦ ਅਸੀਂ ਥੋੜੀ ਖੁੱਲ ਕੇ ਇੱਥੇ ਗੱਲ ਕਰ ਸਕਾਂਗੇ। ਦਸਾਂਝ ਸਾਹਿਬ, ਇਹਨਾਂ ਦੇ ਦੋ ਹੋਰ ਸੀਨੀਅਰ ਜਿਹੜੇ ਰਹੇ ਨੇ ਮੇਰੇ ਖਿਆਲ, ਜਿਹੜੇ ਉਸ ਸਮੇਂ ਦੇ ਚੀਫ ਸੈਕਟਰੀ ਜਾਂ ਰਹੇ ਨੇ ਜਾਂ ਘੱਟੋ ਘੱਟ ਸਕੱਤਰ ਰਹੇ ਮਹਿਕਮੇ ਦੇ, ਸਰਵੇਸ਼ ਕੌਸ਼ਲ ਤੇ ਇੱਕ ਹੋਰ ਦਾ ਵੀ ਨਾਂ ਆ, ਉਹ ਕਹਿੰਦੇ ਉਹਨਾਂ ਚੋਂ ਇੱਕ ਜਣਾ ਤੇ ਕੋਰਟ ਵਿੱਚ ਪਹੁੰਚ ਗਿਆ ਜੀ, ਇਹ ਵਾਪਸ ਲਓ, ਇਹ ਸਾਰਾ ਕੁਝ ਬਕਵਾਸ ਆ, ਇਹਦਾ ਪਹਿਲਾਂ ਹੀ ਨਿਰਣਾ ਹੋ ਚੁੱਕਾ। ਉਹਨਾਂ ਕੋਰਟ ਵਿੱਚ ਵੀ ਜਾ ਕੇ ਪਟੀਸ਼ਨ ਪਾਤੀ ਹੈ ਇਸ ਮਾਮਲੇ 'ਚ। ਦੇਖੋ, ਇਹਦੇ ਤੇ ਹੈ ਫਿਰ ਜਿਹੜੇ ਉਹਨਾਂ ਦੇ ਸੀਨੀਅਰ ਹੋਣਗੇ ਉਹਨਾਂ ਨੇ ਲਾਜ਼ਮੀ ਤੌਰ ਤੇ ਜਿਨ੍ਹਾਂ ਨੂੰ ਲੱਗਦਾ ਹੋਏਗਾ ਵੀ ਉਹਨਾਂ ਨੂੰ ਇਹਦੇ 'ਚ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾ ਰਿਹਾ, ਤੇ ਜੇ ਉਹਨਾਂ ਕੋਲ ਏਦਾਂ ਦੇ ਕੋਈ ਫੈਕਟ ਹੈਗੇ ਆ ਤੇ ਜੋ ਕੋਰਟ 'ਚ ਗਏ ਕੋਈ ਤਰਕ ਦੇ ਨਾਲ ਕੋਈ ਦਲੀਲ ਨਾ ਗਏ ਹੋਣਗੇ, ਸੋ ਮੈਨੂੰ ਲੱਗਦਾ ਕਿ ਇਹਦੇ 'ਚ ਉਡੀਕ ਕਰਨੀ ਚਾਹੀਦੀ ਹੈ। ਕਾਫੀ ਜਾਂਚ ਦਾ ਵਿਸ਼ਾ ਰਹੇਗਾ, ਤੇ ਜੇ ਵਿਜੀਲੈਂਸ ਜਾਂਚ ਕਰ ਰਹੀ ਹੈ ਤੇ ਉਹਨਾਂ ਕੋਲ ਕੀ ਐਵੀਡੈਂਸ ਨੇ, ਕੀ ਤੱਥ ਨੇ, ਉਹਨਾਂ ਨੇ ਵੀ ਅੱਗੇ ਜਾ ਕੇ ਰੱਖਣੇ ਆ। ਪੁੱਛਗਿੱਛ ਦੇ ਵਿੱਚੋਂ ਕੀ ਨਿਕਲਦਾ ਉਹ ਵੀ ਪਤਾ ਲੱਗੇਗਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਮਾਮਲੇ ਵੀ ਹੋ ਸਕਦੇ ਆ ਵੀ ਜਿਨ੍ਹਾਂ ਬਾਰੇ ਅਸੀਂ ਸੋਚਦੇ ਰਹੇ ਹਾਂ ਵੀ ਹਾਂ ਵੀ ਇਹਨਾਂ ਨੇ ਆਪਣੀ ਸਰਕਾਰੀ ਸੇਵਾ ਦੇ ਵਿੱਚ ਬਿਹਤਰ ਕੰਮ ਕੀਤਾ, ਪਰ ਕੁਝ ਨਾ ਕੁਝ ਉਹਨਾਂ ਦੇ ਪ੍ਰਤੀ ਵੀ ਜੇ ਕੁਝ ਜਾਂਚ ਚੱਲ ਰਹੀ ਤਾਂ ਫਿਰ ਇੱਕ ਸ਼ੰਕਾ ਜੀ ਤਾਂ ਭਾਵੇਂ ਹੁੰਦੀ ਹੈ,
ਪਰ ਨਾਲ ਦੀ ਨਾਲ ਇਹ ਵੀ ਹੁੰਦਾ ਹੈ ਕਿ ਕਈ ਵਾਰੀ ਇਮਾਨਦਾਰ ਬੰਦੇ ਨੂੰ ਕਿਤੇ ਨਾ ਕਿਤੇ ਵਧਾਉਣ ਦੀ ਵੀ ਕੋਸ਼ਿਸ਼ ਕਈ ਥਾਵਾਂ ਤੇ ਹੁੰਦੀ ਹੈ। ਬਹੁਤ ਸਾਰੇ ਮਾਮਲਿਆਂ 'ਚ ਏਦਾਂ ਵੀ ਆਪਾਂ ਦੇਖਿਆ ਜੀ। ਬਿਲਕੁਲ ਜੀ, ਮੈਂ ਸਮਝ ਸਕਦਾ ਇਹ ਗੱਲ ਕਿ ਇਸ ਤਰ੍ਹਾਂ ਵੀ ਹੋ ਸਕਦਾ, ਕਿਉਂਕਿ ਕਾਹਨ ਸਿੰਘ ਪੰਨੂ ਹੋਰਾਂ ਬਾਰੇ ਆਮ ਲੋਕਾਂ ਦਾ ਨਜ਼ਰੀਆ ਇਹ ਆ ਕਿ ਉਹ ਪ੍ਰੋਗਰੈਸਿਵ ਮੂਵਮੈਂਟ 'ਚੋਂ ਹੈ। ਸ਼ਾਇਦ ਉਹਨਾਂ ਦਾ ਜਿਹੜਾ ਹੈਗਾ ਪੁਰਾਣਾ ਇਤਿਹਾਸ ਆ ਉਹ ਮੋਗਾ ਮੂਵਮੈਂਟ ਨਾਲ ਵੀ ਕਿਤੇ ਜਾ ਕੇ ਜੁੜ ਜਾਂਦਾ ਹੈ। ਕਹਿੰਦੇ ਆ ਕਿ ਉੱਥੋਂ ਨਿਕਲੇ ਹੋਏ ਵਿਅਕਤੀ ਸੀਗੇ, ਮੈਨੂੰ ਬਹੁਤਾ ਤਾਂ ਨਹੀਂ ਪਤਾ, ਕੋਈ ਦੋਸਤਾਂ ਤੋਂ ਪਤਾ ਲੱਗਿਆ ਸੀਗਾ। ਇਸ ਕਰਕੇ ਉਹਨਾਂ ਦਾ ਸਾਰਾ ਹੀ ਜਿਹੜਾ ਕੰਮਕਾਰ ਰਿਹਾ ਵਾ ਉਹ ਬੜਾ ਟਰਾਂਸਪੇਰੈਂਟ ਰਿਹਾ, ਔਰ ਜਿੱਥੇ ਜਿੱਥੇ ਵੀ ਗਏ ਉਹ ਸਰਕਾਰੀ ਸਿਸਟਮ ਦੇ ਵਿੱਚ ਖਲਬਲੀ ਮਚਦੀ ਦੀ ਜਿੱਥੇ ਵੀ ਉਹ ਜਾਂਦੇ ਰਹੇ। ਪਰ ਇਤਿਹਾਸ 'ਚ ਆਪਾਂ ਵੇਖਦੇ ਆਏ ਆ ਕਿਰਨ ਬੇਦੀ ਦਾ ਨਾਂ ਬੜਾ ਕਿਸੇ ਵੇਲੇ ਹੋਇਆ ਕਰਦਾ ਸੀਗਾ। ਕਿਰਨ ਬੇਦੀ ਇੱਕ ਵਾਰੀ ਸਾਡੇ ਸਮਾਗਮ 'ਚ ਆਏ, ਅਸੀਂ ਔਰਤਾਂ ਦੇ ਕੰਮਕਾਜੀ ਔਰਤਾਂ ਦੇ ਉੱਤੇ ਸੈਮੀਨਾਰ ਕਰਾਇਆ ਜਗਦੇਵ ਕਲਾਂ ਵਿਖੇ ਹਾਸ਼ਮ ਸ਼ਾਹ ਟਰਸਟ ਵੱਲੋਂ, ਤੇ ਉੱਥੇ ਜਦੋਂ ਆਏ ਤੇ ਉਹਨਾਂ ਨੂੰ ਮੈਂ ਹੀ ਰਿਸੀਵ ਕਰਨ ਲਈ ਗਿਆ ਸੀਗਾ, ਆਪਣੇ ਸ਼ਤਾਬਦੀ ਤੇ ਆਏ ਦਿੱਲੀ ਤੋਂ, ਤੇ ਰਸਤੇ 'ਚ ਉਹਨਾਂ ਨਾਲ ਗੱਲਬਾਤ 'ਚ ਇੱਦਾਂ ਲੱਗਦਾ ਸੀ ਕਿ ਉਹਨਾਂ ਵਰਗਾ ਅਫਸਰ ਕੋਈ ਹੋ ਨਹੀਂ ਸਕਦਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਦੇ ਵਾਸਤੇ ਇੰਨਾ ਸੋਚਦੇ ਹੋ ਤੇ ਪੰਜਾਬ 'ਚ ਕਿਉਂ ਨਹੀਂ ਆਪਣੀ ਬਦਲੀ ਕਰਾ ਕੇ ਆ ਸਕਦੇ। ਉਹ ਕਹਿੰਦੇ ਜੇ ਮੈਂ ਪੰਜਾਬ 'ਚ ਆ ਜਾਵਾਂ ਤੇ ਸਾਰੀ ਪੁਲਿਸ 'ਚ ਉਥਲ ਪੁਥਲ ਹੋ ਜਾਏਗੀ, ਯਾਨੀ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਵੀ ਇੱਕ ਬਿੰਬ ਬਣਿਆ ਹੋਇਆ ਸੀਗਾ। ਪਰ ਅਖੀਰ ਵਿੱਚ ਕਾਫੀ ਧੁੰਦਲਾ ਵੀ ਹੋਇਆ ਜੀ। ਦੇਖੋ ਵੈਸੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਰਵਿਸ ਰਹੀ ਹੈ ਉਹਦੇ 'ਚ ਤਾਂ ਉਹਨਾਂ ਦੀ ਕਾਫੀ ਜ਼ਿਆਦਾ ਤਾਰੀਫ ਹੀ ਹੁੰਦੀ ਰਹੀ ਆ। ਖਾਸ ਤੌਰ ਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਜੋੜ ਕੇ ਇੱਕ ਜਿਹੜੀ ਚਲਾਨ ਦਾ ਮਾਮਲਾ ਉਹਦੇ ਕਰਕੇ ਬੜੀ ਚਰਚਾ 'ਚ ਰਹੇ। ਤੇ ਪਰ ਇਹ ਵੀ ਰਾਜਨੀਤੀ ਦੇ ਵਿੱਚ ਕੋਈ ਕਿਤੇ ਵੀ ਜਾ ਸਕਦਾ ਹੈ। ਰਾਜਨੀਤਿਕ ਵਿਅਕਤੀ ਦਾ ਜਦੋਂ ਕਿਸੇ ਰਾਜਨੀਤੀ 'ਚ ਕੋਈ ਬੰਦਾ ਜਾਂਦਾ ਹੈ ਤੇ ਉੱਥੇ ਜਾ ਕੇ ਫਿਰ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਉਸੇ ਤਰ੍ਹਾਂ ਦਾ ਫਿਰ ਬੰਦਾ ਹੋ ਜਾਂਦਾ, ਉਹਦੇ ਰੰਗ ਵੀ ਉਸੇ ਤਰ੍ਹਾਂ ਦੇ ਹੋ ਜਾਂਦੇ ਆ। ਤੇ ਇਸੇ ਕਰਕੇ ਉਹਨਾਂ ਦਾ ਜਿਹੜਾ ਪੋਲੀਟੀਕਲੀ ਜਿੱਦਾਂ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ, ਜਿਵੇਂ ਜਿਹੜਾ ਅੰਦੋਲਨ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਸ਼ੁਰੂ ਹੋ ਕੇ ਤੇ ਮੁੜ ਕੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ, ਤੇ ਫਿਰ ਉਸ ਤੋਂ ਬਾਅਦ ਥੋੜੀ ਨੁਕਤਾਚੀਨੀ ਜ਼ਿਆਦਾ ਸ਼ੁਰੂ ਹੋਈ। ਉਂਝ ਉਹਨਾਂ ਦਾ ਜਿਹੜਾ ਸਰਵਿਸ ਰਹੀ ਉਹ ਸਰਵਿਸ ਦੇ ਵਿੱਚ ਕੋਈ ਬਹੁਤਾ ਉਹਨਾਂ ਦੇ ਉੱਤੇ ਕੋਈ ਮੇਰਾ ਖਿਆਲ ਨਹੀਂ, ਤੁਹਾਨੂੰ ਜ਼ਿਆਦਾ ਪਤਾ ਹੋਊਗਾ ਵੀ ਕਿਸੇ ਕਿਸਮ ਦਾ ਇਤਰਾਜ਼ ਉਦਾਂ ਤਾਂ ਦਿਖਾਈ ਨਹੀਂ ਦਿੰਦਾ। ਅਸੀਂ ਤਾਂ ਉਦਾਂ ਮਾਣ ਕਰਦੇ ਰਹੇ ਜੀ, ਕਿਉਂ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਸੀ, ਸਾਨੂੰ ਤਾਂ ਉਦਾਂ ਹੀ ਮਾਣ ਬੜਾ ਸੀਗਾ। ਪਰ ਉਹਨਾਂ ਦੇ ਵਕੀਲਾਂ ਨਾਲ ਝਗੜੇ ਬਥੇਰੇ ਰਹੇ। ਉਹਨਾਂ ਦੀ ਬੇਟੀ ਨੂੰ MBBS 'ਚ ਐਡਮਿਸ਼ਨ ਦਿਵਾਉਣ ਦਾ ਮਸਲਾ ਬੜਾ ਹਾਈਲਾਈਟ ਹੁੰਦਾ ਰਿਹਾ, ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਤੇ ਰਹੀਆਂ। ਪਰ ਫਿਰ ਵੀ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਪੁਲਿਸ ਅਫਸਰ ਹੋਣ ਦਾ ਜਿਹੜਾ ਸਮਾਂ ਸੀਗਾ, ਹਾਲਾਂਕਿ ਇੰਦਰਾ ਗਾਂਧੀ ਵਾਲੀ ਗੱਲ ਬਾਅਦ 'ਚ ਕਲੀਅਰ ਹੋਈ ਕਿ ਉਹਨਾਂ ਦਾ ਉਹ 'ਚ ਕੋਈ ਰੋਲ ਨਹੀਂ ਸੀਗਾ ਕਿ ਇਹਨਾਂ ਨੂੰ ਕਰੇਨ ਬੇਦੀ ਕਿਹਾ ਗਿਆ। ਹਾਂ, ਉਹਨਾਂ ਨੇ ਆਪਣੇ ਉਹ ਲੇਡੀ ਜਿਹੜੀ ਨੇ ਉਹ ਗੱਡੀ ਉਹਨਾਂ ਦੀ ਚੁੱਕੀ ਸੀ ਉਹਨੂੰ ਪ੍ਰੋਟੈਕਟ ਜ਼ਰੂਰ ਕੀਤਾ ਸੀ, ਉਹ 'ਤੇ ਕੋਈ ਐਕਸ਼ਨ ਨਹੀਂ ਸੀ ਲਿਆ। ਇਹ ਗੱਲ ਬਾਅਦ 'ਚ ਸਾਹਮਣੇ ਆਈ। ਪਰ ਜਿੱਦਾਂ ਕਈ ਵਾਰ ਕਿਸੇ ਨੂੰ ਬ੍ਰਾਂਡ ਬਣਾਉਣਾ ਹੁੰਦਾ ਜਾਂ ਬਣੇ ਬ੍ਰਾਂਡ ਨੂੰ ਹੋਰ ਉੱਤੇ ਚੁੱਕਣਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ। ਮੈਂ ਵੇਖਦਾ ਵਾਂ ਇਤਿਹਾਸ ਵਿੱਚ ਵੀ ਵੇਖਦੇ ਹਾਂ ਸਰ, ਜਦੋਂ ਕਿਸੇ ਨੂੰ ਮੁਸਲਮ ਲੇਖਕ ਨੂੰ ਜਾਂ ਕਿਸੇ ਮੁਸਲਮ ਪੁਰਾਣੇ ਪੀਰ ਫਕੀਰ ਨੂੰ ਵੱਡਾ ਦੱਸਣਾ ਹੁੰਦਾ ਤੇ ਉਹਨੂੰ ਮੱਕੇ ਮਦੀਨੇ ਜਮਾ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਹੋਰ ਸਾਡੇ ਵਿੱਚ ਵੀ ਕਈ ਤਰ੍ਹਾਂ ਦੀਆਂ ਧਾਰਾਵਾਂ ਇਦਾਂ ਬਣਦੀਆਂ ਨੇ ਕਿ ਕਿਸੇ ਬੰਦੇ ਨੂੰ ਵੱਡਾ ਕਰਨ ਲਈ ਉਹਦੇ ਨਾਲ ਕਈ ਬਿੰਬ ਜੋੜ ਦਿੱਤੇ ਜਾਂਦੇ ਆ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁੰਦਾ। ਉਹ ਉਸ ਮਾਮਲੇ 'ਚ ਤਾਂ ਬਿਲਕੁਲ ਠੀਕ ਹੈ, ਉਹ ਪੁਲਿਸ ਆਫੀਸਰ ਸੀਗੇ ਤੇ ਉਹਨਾਂ ਨੇ ਫਿਰ ਉਸ ਮੁਲਾਜ਼ਮ ਨੂੰ ਪ੍ਰੋਟੈਕਟ ਕੀਤਾ। ਇਹ ਵੀ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਹੈ ਜੀ, ਬਹੁਤ ਵੱਡੀ ਗੱਲ ਹੈ ਨੂੰ। ਮਤਲਬ ਉਸ ਮਾਮਲੇ ਜਿਹਦੇ ਤੇ ਮਤਲਬ ਹੋ ਸਕਦਾ ਹੈ ਕਿ ਵੱਡਾ ਐਕਸ਼ਨ ਕਰਵਾ ਲਿਆ ਜਾਂਦਾ ਤੇ ਉਹਨੂੰ ਪ੍ਰੋਟੈਕਟ ਕਰਨਾ ਉਹ ਆਪਣੇ ਆਪ 'ਚ ਉਦੋਂ ਉਹਦੇ ਲਈ ਐਪਰੀਸ਼ੀਏਟ ਹੀ ਕੀਤਾ ਜਾਣਾ ਚਾਹੀਦਾ। ਹਾਂ, ਇਹ ਜ਼ਰੂਰ ਹੈ ਬਈ ਕਿਰਨ ਬੇਦੀ ਜਿਹੜੇ ਆ ਉਹ ਇੱਕ ਬੜੇ ਜਾਂਬਾਜ਼ ਪੁਲਿਸ ਆਫਿਸਰ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਰਹੇ ਤੇ ਇੱਕ ਦਹਿਸ਼ਤ ਵੀ ਰਹੀ ਦਿੱਲੀ ਦੇ ਵਿੱਚ ਉਹਨਾਂ ਦੀ ਇਸ ਕਰਕੇ। ਤੇ ਉਂਝ ਹੈ ਕਿ ਹੁਣ ਉਹ ਕਿੱਥੇ ਨੇ ਕਿਵੇਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਲੋਕ ਹੁੰਦੇ ਆ ਸਰਕਾਰੀ ਸਰਵਿਸ ਦੇ ਵਿੱਚ ਜਿਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋ, ਕਿਉਂਕਿ ਸਿਸਟਮ ਗੜਕ ਚੁੱਕਾ ਬਹੁਤ ਬੁਰੀ ਤਰ੍ਹਾਂ। ਤੇ ਕਦੇ ਕਦੇ ਕੋਈ ਏਦਾਂ ਦਾ ਕੋਈ ਨਾਂ ਜਦੋਂ ਆਉਂਦਾ ਹੈ ਤੇ ਫਿਰ ਚੰਗਾ ਲੱਗਦਾ ਵੀ ਸਾਰਾ ਕੁਝ ਖਤਮ ਨਹੀਂ ਹੋਇਆ, ਪਰ ਉਸ ਤੋਂ ਬਾਅਦ ਫਿਰ ਜਦੋਂ ਉੱਚਾਂ ਲੱਗਣੀਆਂ ਸ਼ੁਰੂ ਹੁੰਦੀਆਂ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਸਵਾਲ ਉੱਠਣੇ ਸ਼ੁਰੂ ਹੁੰਦੇ ਆ। ਫਿਰ ਮਨ ਦੇ ਵਿੱਚ ਆਉਂਦਾ ਵੀ ਭਾਵੇਂ ਬੰਦੇ ਚੰਗੇ ਰਹੇ ਹੁਣ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਗੜਬੜ ਜੀਵਨ 'ਚ ਰਹੀ ਹੈ ਜੀ। ਦਸਾਂਝ ਸਾਹਿਬ, ਜਿੱਦਾਂ ਹੁਣ ਵਰਿੰਦਰ ਕੁਮਾਰ ਨਾਂ ਦਾ ਨਾਂ ਹੈ, ਜਿਹੜੇ ਬਿਜ਼ਨਸ ਬਿਊਰੋ ਦੇ ਚੀਫ ਨੇ, ਉਹ ਕਮਿਸ਼ਨਰ ਵੀ ਰਹੇ ਨੇ ਅੰਮ੍ਰਿਤਸਰ। ਉਹਨਾਂ ਦਾ ਵੀ ਪੁਰਾਣਾ ਇਤਿਹਾਸ ਸਾਰਾ, ਉਹ ਵੀ ਫਿਰ ਮੈਂ ਮਾਣਮੱਤੀ ਗੱਲ ਹੈ ਕਿ ਸਾਡੇ ਸ਼ਹਿਰ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਦੇ ਪਿਤਾ ਜੀ ਦੀ ਮਾਡਲ ਟਾਊਨ 'ਚ ਇੱਕ ਬੇਕਰੀ ਦੀ ਦੁਕਾਨ ਹੋਇਆ ਕਰਦੀ ਸੀ। ਬੜੇ ਸਧਾਰਨ ਘਰ ਤੋਂ ਉੱਪਰ ਉੱਠ ਕੇ ਗਏ ਹੋਏ ਵਿਅਕਤੀ ਨੇ।
ਜੇ ਮੈਂ ਭੁੱਲਦਾ ਨਹੀਂ। ਤੇ ਉਹਨਾਂ ਦਾ ਕੰਮਕਾਜ ਵੀ ਜਿਹੜਾ ਬੜਾ ਦਲੇਰਾਨਾ ਰਿਹਾ। ਮੈਨੂੰ ਯਾਦ ਹੈ ਜਦੋਂ ਅੰਮ੍ਰਿਤਸਰ ਕਮਿਸ਼ਨਰ ਹੁੰਦੇ ਸੀ ਤੇ ਮਜੀਠੀਆ ਸਾਹਿਬ ਨਾਲ ਉਹਦਾ ਪੰਗਾ ਪੈ ਗਿਆ ਸੀ। ਉਹਨਾਂ ਤਲਬੀਰ ਸਿੰਘ ਗਿੱਲ ਨਾਂ ਦਾ ਇੱਕ ਵਿਅਕਤੀ, ਕਾਫੀ ਮਤਲਬ ਕਹਿ ਸਕਦਾ ਮੂੰਹ ਜ਼ੋਰ ਵਿਅਕਤੀ, ਜਿੱਦਾਂ ਪੋਲੀਟੀਕਲ ਲੋਕ ਹੁੰਦੇ ਆ, ਤੇ ਉਹਨਾਂ ਨਾਲ ਉਹਨਾਂ ਦਾ ਪੰਗਾ ਪਿਆ। ਫਿਰ ਉਹਨਾਂ ਨੂੰ ਬਦਲ ਕੇ ਜਲੰਧਰ ਭੇਜ ਦਿੱਤਾ ਗਿਆ। ਤੇ ਇਸ ਵੇਲੇ ਉਹ ਵਿਜੀਲੈਂਸ ਦਾ ਕਾਰਜਭਾਰ ਦੇਖ ਰਹੇ। ਮਨਮੋਹਨ ਸ਼ਰਮਾ ਰਾਂ ਦਾ ਨਾਂ ਪਿਛਲੇ ਦਿਨੀ ਆਇਆ। ਤੇ ਹੁਣ ਇੱਕ ਖਬਰ ਆਈ ਆ ਕਿ ਆਸ਼ੀਸ਼ ਕਪੂਰ ਨੂੰ ਜਦੋਂ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਇੱਕ ਸਬ ਇੰਸਪੈਕਟਰ ਸਾਹਿਬ ਸੀ ਜਿਹੜੇ ਕਿਸੇ ਜ਼ਮਾਨੇ 'ਚ ਜਦੋਂ ਵਿਜੀਲੈਂਸ 'ਚ ਹੋਇਆ ਕਰਦੇ ਸੀਗੇ, ਆਸ਼ੀਸ਼ ਕਪੂਰ ਉਹਨਾਂ ਨਾਲ ਕੰਮ ਕਰਦੇ ਰਹੇ, ਤੇ ਉਹਨਾਂ ਨੇ ਉਹਨਾਂ ਨੂੰ ਸਲੂਟ ਵੀ ਮਾਰਿਆ ਤੇ ਚਾਹ ਪਾਣੀ ਵੀ ਪੁੱਛਿਆ, ਪ੍ਰਾਹੁਣਾਚਾਰੀ ਦੀ ਪੇਸ਼ਕਸ਼ ਕੀਤੀ। ਤੇ ਇਸੇ ਤਰ੍ਹਾਂ ਹੀ ਜਦੋਂ ਉਹ ਥਾਣੇ ਵਿੱਚ ਸੀਗੇ ਤੇ ਇੱਕ ਦੂਜੇ ਸਬ ਇੰਸਪੈਕਟਰ ਨੇ ਵੀ ਜਾ ਕੇ ਉਹਨਾਂ ਨੂੰ ਸਲੂਟ ਮਾਰਿਆ। ਇਹ ਗੱਲ ਵੱਡੇ ਅਫਸਰਾਂ ਤੱਕ ਪਹੁੰਚੀ ਤੇ ਦੋਵਾਂ ਹੀ ਇੰਸਪੈਕਟਰਾਂ ਨੂੰ ਵਾਪਸ ਪੁਲਿਸ ਦੇ ਵਿੱਚ ਭੇਜ ਦਿੱਤਾ ਗਿਆ, ਵਿਜੀਲੈਂਸ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ। ਦੇਖੋ ਅਸਲ 'ਚ ਇਹ ਹੁੰਦਾ ਕਿ ਸਿਸਟਮ ਸਾਡਾ ਇਸ ਕਿਸਮ ਦਾ ਆ ਵੀ ਇਹਦੇ 'ਚ ਜਦੋਂ ਕੋਈ ਵੱਡੇ ਅਫਸਰ ਜਿਹੜੇ ਆ, ਪੁਲਿਸ ਅਫਸਰ ਰਹੇ ਹੁੰਦੇ ਆ, ਉਹਨਾਂ ਦੇ ਮਾਤਹਤ ਬਹੁਤ ਸਾਰੇ ਲੋਕ ਕੰਮ ਕਰਦੇ ਆ, ਤੇ ਫਿਰ ਜਦੋਂ ਕਿਤੇ ਕਿਸੇ ਮਾਮਲੇ 'ਚ ਉਹ ਫਸਦੇ ਨੇ ਤੇ ਫਿਰ ਪੇਸ਼ੀਆਂ ਹੁੰਦੀਆਂ ਨੇ, ਥਾਣਿਆਂ 'ਚ ਜਾਣਾ ਪੈਂਦਾ। ਤੇ ਜੇ ਪੁਰਾਣੇ ਜਿਹੜੇ ਉਹਨਾਂ ਦੇ ਅਧੀਨ ਕੰਮ ਕਰਦੇ ਰਹੇ ਆ ਤੇ ਉਹ ਰੂਟੀਨ ਦੇ ਵਿੱਚ ਹੀ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਵੀ ਹਾਂ ਵੀ ਇਹ ਹੁਣ ਇਹਨਾਂ ਨੂੰ ਸਲੂਟ ਮਾਰਨਾ ਚਾਹੀਦਾ ਜਾਂ ਨਹੀਂ ਮਾਰਦਾ। ਉਹ ਰੂਟੀਨ 'ਚ ਆਦਤ ਬਣੀ ਹੁੰਦੀ ਹੈ, ਉਹ ਸਲੂਟ ਵੱਜ ਜਾਂਦਾ ਉਹਨਾਂ ਤੋਂ। ਅਸਲ ਦੇ ਵਿੱਚ ਕਸੂਰ ਨਹੀਂ ਹੁੰਦਾ। ਦੂਜੀ ਗੱਲ ਇਹ ਹੈ ਵੀ ਉਹਨਾਂ ਨੂੰ ਇਹ ਜੇ ਪਤਾ ਵੀ ਹੋਵੇ ਤਾਂ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਜਿੱਦਾਂ ਦਾ ਸਿਸਟਮ ਹੈ ਸਾਡਾ, ਇਹਦੇ 'ਚ ਪੇਸ਼ੀਆਂ ਪੂਸ਼ੀਆਂ ਪੈਂਦੀਆਂ ਰਹਿੰਦੀਆਂ ਤੇ ਅਲਟੀਮੇਟਲੀ ਜਿਹੜੇ ਵੱਡੇ ਬੰਦੇ ਹੁੰਦੇ ਇਹਨਾਂ ਨੇ ਬਰੀ ਹੋ ਜਾਣਾ ਹੁੰਦਾ। ਕਿਉਂਕਿ ਸਾਡੀ ਜਿਹੜੀ ਟੋਟਲ ਜੁਡੀਸ਼ਰੀ ਦੇ ਵਿੱਚ ਜਿਹੜਾ ਐਵੀਡੈਂਸ ਵਾਲਾ ਜਿਹੜਾ ਸਭ ਤੋਂ ਕਮਜ਼ੋਰ ਪੱਖ ਹੈਗਾ, ਤੇ ਉਹ ਫਿਰ 100 ਤਰ੍ਹਾਂ ਦੀਆਂ ਚੋਰ ਮੋਰੀਆਂ ਹੈਗੀਆਂ। ਤੇ ਕਿਉਂਕਿ ਵੱਡੇ ਬੰਦੇ ਨੂੰ ਕਿਸੇ ਨੂੰ ਬਹੁਤੀ ਸਜ਼ਾ ਹੁੰਦੀ ਨਹੀਂ, ਬਹੁਤ ਰੇਅਰ ਚਾਂਸ ਹੈ। ਰਵੀ ਸਿੱਧੂ ਵਰਗੀ ਇੱਕ ਅੱਧੀ ਮਿਸਾਲ, 2-4 ਮਿਸਾਲਾਂ ਹੋ ਸਕਦੀਆਂ। ਸੋ ਫਿਰ ਇਹ ਜਿਹੜੇ ਸਿਸਟਮ ਜਿਸ ਤਰ੍ਹਾਂ ਦਾ ਸਾਡਾ ਹੈਗਾ, ਉਹਦੇ 'ਚ ਜਿਹੜੇ ਛੋਟੇ ਕਰਮਚਾਰੀ ਹੁੰਦੇ ਆ, ਉਹਨਾਂ ਨੂੰ ਲੱਗਦਾ ਹੈ ਅਫਸਰ ਹੈ ਭਾਈ, ਇਹਨੇ ਕੱਲ ਨੂੰ ਫੇਰ ਕਿਤੇ ਨਾ ਕਿਤੇ ਸਾਡੇ ਸਾਹਮਣੇ ਆ ਜਾਣਾ। ਉਸੇ ਰੂਪ ਦੇ ਵਿੱਚ ਉਹ ਵੱਜ ਜਾਂਦਾ, ਹੱਥ ਅਚਾਨਕ ਹੀ ਚੱਲ ਜਾਂਦਾ। ਮੈਨੂੰ ਲੱਗਦਾ ਇਹ ਕਾਰਨ ਅਚਾਨਕ ਹੱਥ ਚੱਲ ਜਾਂਦਾ ਜੀ। ਗੱਲ ਤੁਹਾਡੀ ਠੀਕ ਆ, ਕਿਉਂਕਿ ਸਾਡੇ ਜਿਹੜੇ ਇਹ ਫੋਰਸਸ ਦੇ ਵਿੱਚ ਖਾਸ ਕਰਕੇ ਡਿਸਪਲਿਨ ਇਸ ਤਰ੍ਹਾਂ ਦੀ ਚੀਜ਼ ਹੈ ਕਿ ਉਹਨਾਂ ਨੂੰ ਸਿਖਾਇਆ ਹੀ ਇਹ ਜਾਂਦਾ ਹੈ। ਔਰ ਦੂਜੀ ਗੱਲ ਇਹ ਹੈ ਕਿ ਦਸਾਂਝ ਸਾਹਿਬ ਜਿਹੜੇ ਪੋਲੀਟੀਕਲ ਬੰਦੇ ਆ ਉਹ ਵੀ ਬਚ ਜਾਂਦੇ ਆ। ਉਹ 2-4 ਮਿਸਾਲਾਂ ਨੇ ਲਾਲੂ ਪ੍ਰਸ਼ਾਦ ਯਾਦਵ ਵਾਲੀ ਤੇ ਚਟਾਲਾ ਵਾਲੀ। ਬਾਕੀ ਉਂਝ ਵੇਖਿਆ ਜਾਵੇ ਕੁੱਲ ਮਿਲਾ ਕੇ ਤੇ ਲਗਭਗ ਸਾਰੇ ਹੀ ਬਰੀ ਹੋ ਜਾਂਦੇ ਆ ਜੀ। ਬਿਲਕੁਲ ਬਿਲਕੁਲ। ਦੇਖੋ ਇਹ 1.5% ਵੀ ਨਹੀਂ, ਮਤਲਬ ਬਹੁਤ ਮਾਈਨਰ ਜਿਹਾ ਹੈ। ਮਤਲਬ ਇਹਦੇ 'ਚ ਸ਼ੇਅਰ ਜਿਹੜਾ ਮਤਲਬ ਪਰਸੈਂਟੇਜ ਵੀ ਜਿਨ੍ਹਾਂ ਨੂੰ ਸਜ਼ਾ ਮਿਲਦੀ ਹੈ। ਨਹੀਂ ਤਾਂ ਫਿਰ ਲੰਮਾ ਚੱਲਦੇ ਰਹਿੰਦੇ ਆ। ਜੇ ਮਤਲਬ ਸਜ਼ਾ ਮਿਲਦੀ ਆ ਬਹੁਤ ਥੋੜੇ ਲੋਕ ਹੈ, ਜੇ ਬਾਕੀ ਲੋਕ ਆ ਹਾਂ ਵੀ ਉਹਨਾਂ ਦੇ ਕੇਸ ਕਰਕੇ ਸਾਲਾਂ ਤੋਂ ਸਾਲ ਚੱਲੀ ਜਾਂਦੇ ਕੇਸ, ਉਹ ਆਪਣੀ ਆਰਾਮ ਦੀ ਜ਼ਿੰਦਗੀ ਜਿਹੜੀ ਜੀ ਜਾਂਦੇ। ਇੱਥੇ ਤਾਂ ਕਾਤਲ, ਬਲਾਤਕਾਰੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਉਹ ਸਾਲ ਤੋਂ ਅੱਧਾ ਸਾਲ ਬਾਹਰ ਰਹਿੰਦੇ ਆ। ਡੇਰੇ ਵਾਲਾ ਦੇਖਿਆ ਹੀ ਹੈ ਤੁਸੀਂ, ਉਹ ਤੀਜੀ ਵਾਰੀ ਬਾਹਰ ਆ ਗਿਆ 40 ਦਿਨ ਵਾਸਤੇ। ਐਸ਼ ਦੀ ਜ਼ਿੰਦਗੀ ਹੈ। ਉਹ ਐਂ ਲੱਗਦਾ ਕਿ ਜਿੱਦਾਂ ਮਤਲਬ ਉਹ ਜੇਲ੍ਹ 'ਚ ਗੇੜਾ ਹੀ ਮਾਰਨ ਜਾਂਦਾ, ਮਾੜੀ ਮੋਟੀ ਜੇਲ੍ਹ ਚੈੱਕ ਕੇ ਕਰਨ ਜਾਂਦਾ, ਬਾਕੀ ਸਮਾਂ ਬਾਹਰ ਹੀ ਰਹਿੰਦਾ। ਬਿਲਕੁਲ ਸਰ, ਬਿਲਕੁਲ। ਔਰ ਸਾਡੀ ਪਾਰਲੀਮੈਂਟ ਵਿੱਚ ਇਹੋ ਜਿਹੇ ਬਹੁਤ ਸਾਰੇ ਭੱਦਰ ਪੁਰਸ਼ ਬੈਠੇ ਹੋਏ ਆ ਜਿਨ੍ਹਾਂ ਤੇ 10-10 ਕੇਸ ਚੱਲ ਰਹੇ ਆ। ਮੋਦੀ ਸਾਹਿਬ ਨੇ ਕਿਹਾ ਸੀ ਕਿ ਸਾਲ ਦੇ ਵਿੱਚ ਅਸੀਂ ਫਾਸਟ ਟਰੈਕ ਕੋਟਾ ਬਣਾ ਕੇ ਸਾਰਿਆਂ ਦੇ ਨਿਪਟਾਰੇ ਕਰਾਂਗੇ, ਪਰ ਉਹ ਗੱਲਾਂ ਆਈਆਂ ਗਈਆਂ ਹੋ ਗਈਆਂ। ਮੁੜ ਕੇ ਕੌਣ ਪੁੱਛਦਾ ਜੀ? ਜਦੋਂ ਪਾਵਰ ਆ ਜਾਂਦੀ ਹੈ ਸਾਰੇ ਚੀਜ਼ਾਂ ਬਦਲ ਜਾਂਦੀਆਂ, ਜੋ ਕੁਝ ਅਸੀਂ ਪੰਜਾਬ 'ਚ ਦੇਖ ਰਹੇ ਹਾਂ। ਅੱਛਾ, ਤਾਮਿਲਨਾਡੂ 'ਚ 2016 'ਚ ਇੱਕ ਤਾਕਤਵਰ ਲੀਡਰ ਹੁੰਦੇ ਸੀ ਜੈ ਲਲਿਤਾ, ਹਰਮਨ ਪਿਆਰੇ ਵੀ ਬੜੇ ਸੀਗੇ। ਕਰੁਣਾਨਿਧੀ ਦੇ ਮੁਕਾਬਲੇ ਅੰਨਾ DMK ਵਾਲੇ, ਉਹਨਾਂ ਦੀ ਮੌਤ ਹੋਈ ਸੀਗੀ। ਉਹਦੇ ਤੇ ਕਮਿਸ਼ਨ ਬੈਠਾ ਸੀ, ਬੜੇ ਚਿਰ ਦੀ ਇਨਕੁਆਇਰੀ ਚੱਲ ਰਹੀ ਸੀਗੀ। ਉਹ ਕਮਿਸ਼ਨ ਦੀ ਰਿਪੋਰਟ ਆਈ ਹੈ ਜੀ। ਉਹ ਜਿਹੜੀ ਸ਼ਸ਼ੀ ਕਲਾ ਉਹਨਾਂ ਦੀ ਫਰੈਂਡ ਹੁੰਦੀ ਸੀ ਬੜੀ ਨਜ਼ਦੀਕੀ, ਉਹਦੇ ਤੇ ਉਹਨਾਂ ਉਂਗਲ ਠਾਈ ਆ। ਉਹ ਕਹਿੰਦੇ ਆ ਕਿ ਉਹ ਆਪਣੀ ਗਲਤੀ ਮੰਨ ਲਵੇ, ਨਹੀਂ ਤੇ ਇਨਕੁਆਇਰੀ ਹੋਊਗੀ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਆ। ਦੇਖੋ ਬਹੁਤ ਨੇੜੇ ਦੀ ਦੋਸਤ ਰਹੀ ਹੈ ਜੀ ਸ਼ਸ਼ੀ ਕਲਾ, ਤੇ ਮਤਲਬ ਇਹ ਕਿਹਾ ਜਾ ਸਕਦਾ ਹੈ ਵੀ ਜਿੱਦਾਂ ਇਹ ਦੋਵੇਂ ਸ਼ਸ਼ੀ ਕਲਾ ਤੇ ਜੈ ਲਲਿਤਾ ਰਹੀਆਂ ਇਕੱਠੀਆਂ, ਤੇ ਮਤਲਬ ਦੋ ਜਿਸਮ ਇੱਕ ਜਾਨ ਵਾਲੀ ਗੱਲ ਜਿਹੜੀ ਆ ਅਕਸਰ ਉਹਨਾਂ ਬਾਰੇ ਕਹੀ ਜਾਂਦੀ ਰਹੀ ਹੈ। ਪਰ ਜੈ ਲਲਿਤਾ ਦੀ ਡੈਥ ਤੋਂ ਬਾਅਦ ਲਗਾਤਾਰ ਸ਼ੱਕ ਦੀ ਉਂਗਲ ਜਿਹੜੀ ਹੈ ਉਹ ਸ਼ਸ਼ੀ ਕਲਾ ਵੱਲ ਰਹੀ ਹੈ, ਤੇ ਕਾਫੀ ਲੰਮਾ ਸਮਾਂ ਹੋ ਗਿਆ ਹੁਣ ਤੇ 6 ਸਾਲ ਹੋ ਗਏ। ਤੇ
ਹੁਣ ਫਿਰ ਜਿਹੜੀ ਉਹ ਜਾਂਚ ਜਿਹੜੀ ਹੋ ਰਹੀ ਹੈ ਉਹਦੇ 'ਚ ਇੱਕ ਕਿਤੇ ਨਾ ਕਿਤੇ ਸੂਈ ਜਿਹੜੀ ਘੁੰਮ ਰਹੀ ਹੈ ਸ਼ਸ਼ੀ ਕਲਾ ਦੇ ਆਲੇ ਦੁਆਲੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਏਦਾਂ ਤਾਂ ਕੌਣ ਗਲਤੀ ਮੰਨਦਾ ਹੁੰਦਾ ਵੀ ਹਾਂ ਮੇਰਾ ਇਹਦੇ 'ਚ ਕੋਈ ਹੱਥ ਹੈ ਜਾਂ ਕਸੂਰ ਹੈ। ਸ਼ਾਇਦ ਮੈਨੂੰ ਲੱਗਦਾ ਕਿ ਬਕਾਇਦਾ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ 'ਚ ਹੁਣ ਐਕਸ਼ਨ ਕਰਨ ਦਾ ਹੀ ਸਮਾਂ ਹੋਏਗਾ। ਉਹ ਕੀ ਕਾਰਨ ਰਹੇ ਹੋਣਗੇ ਜਾਂ ਕਿਵੇਂ ਕਿਵੇਂ ਉਹ ਸਾਰਾ ਕੁਝ ਇਹ ਮਿਸਟਰੀ ਜਿਹੜੀ ਰਹੀ ਹੈ ਉਹ ਖੁੱਲ ਕੇ ਹਾਲੇ ਸਾਹਮਣੇ ਨਹੀਂ ਹੈ। ਜਿੰਨੀ ਦੇਰ ਤੱਕ ਉਹਦੇ ਪੱਤੇ ਪੂਰੇ ਨਹੀਂ ਖੁੱਲ ਜਾਂਦੇ ਬੜੀ ਹੈਰਾਨੀਜਨਕ ਮਿਸਟਰੀ ਹੋ ਸਕਦੀ ਹੈ ਵੀ ਇਹਨੇ ਨੇੜੇ ਦੀ ਦੋਸਤ ਰਹੀ ਹੋਵੇ, ਸਾਰਾ ਕੁਝ ਸਾਂਝਾ ਹੋਵੇ ਤੇ ਫਿਰ ਉਹਨਾਂ ਦੀ ਮੌਤ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਹੱਥ ਹੋਵੇ ਤੇ ਇਹਦੇ ਨਾਲ ਇੱਕ ਵਿਸ਼ਵਾਸ ਜਿਹੜਾ ਆ, ਯਕੀਨ ਜਿਹੜਾ ਆ ਉਹ ਵੀ ਉੱਠਦਾ ਆ ਤੇ ਨਾਲ ਦੀ ਨਾਲ ਹੈਰਾਨੀ ਵੀ ਹੁੰਦੀ ਹੈ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਵੀ ਤੁਸੀਂ ਆਪਣੀਆਂ ਰਾਜਨੀਤਿਕ ਜਿਹੜੀਆਂ ਲੋੜਾਂ ਜਾਂ ਰਾਜਨੀਤੀ 'ਚ ਜਿਹੜਾ ਤੁਸੀਂ ਕੁਝ ਹੋਰ ਸੋਚ ਲਿਆ ਹੁੰਦਾ ਉਹ ਭੁੱਖ ਪੂਰੀ ਕਰਨ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਲਿਆਂਦਾ ਹੁੰਦਾ ਉਹਨਾਂ ਦੀ ਜਾਨ ਦਾ ਹੀ ਖੌਫ ਬਣ ਜਾਂਦੇ ਹੋ। ਆਪਣੇ ਆਪ ਦੇ ਵਿੱਚ ਬਹੁਤ ਮਤਲਬ ਵੱਡੀ ਗੱਲ ਹੈ ਤੇ ਹੈਰਾਨੀ ਵੀ ਹੁੰਦੀ ਹੈ ਤੇ ਯਕੀਨ ਵੀ ਜਿਹੜਾ ਰਿਸ਼ਤਿਆਂ ਤੋਂ ਉੱਠਦਾ ਹੈ। ਦਸਾਂਝ ਸਾਹਿਬ, ਰਿਸ਼ਤਿਆਂ ਤੋਂ ਯਕੀਨ ਉੱਠਣ ਵਾਲੀ ਗੱਲ ਤਾਂ ਜਿਹੜੇ ਅੱਜ ਕੱਲ੍ਹ ਬੜੀ ਚਰਚਾ 'ਚ ਨੇ, ਫਿਰ ਸ਼ਸ਼ੀ ਥਰੂਰ ਕੱਲ੍ਹ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਸੀ ਬੜੇ ਆਦਰ ਨਾਲ ਕਿ ਬੜੇ ਇੰਟੈਲੈਕਚੁਅਲ ਬੰਦੇ ਨੇ, ਇਹ 'ਚ ਕੋਈ ਸ਼ੱਕ ਵੀ ਨਹੀਂ ਹੈ, ਡਿਪਲੋਮੈਟ ਰਹੇ ਨੇ, ਸਿਆਣੇ ਵਿਅਕਤੀ ਨੇ ਤੇ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਕੱਲ੍ਹ ਕਮੈਂਟ ਦੇ ਉੱਤੇ ਅਸੀਂ ਗੱਲ ਕਰ ਰਹੇ ਸੀਗੇ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੋ ਗਈ ਆ ਔਰ ਖੜਗੇ ਸਾਹਿਬ ਦਾ ਨਾਮ ਮੇਰੇ ਖਿਆਲ ਅੱਜ ਡਿਕਲੇਅਰ ਹੋ ਜਾਣਾ ਆ। ਪਰ ਜਿਹੜਾ ਸਿਸਟਮ ਹੈ ਮੈਂ ਦੇਖਦਾ ਕਿ ਉਹਨਾਂ ਦੇ ਉੱਤੇ ਵੀ ਦੋਸ਼ ਇੱਕ ਬੜਾ ਵੱਡਾ ਸੀ, ਉਹਨਾਂ ਦੀ ਵਾਈਫ ਦੇ ਮਰਡਰ ਦੇ ਉੱਤੇ। ਉਹਨਾਂ ਦੀਆਂ ਦੋ ਜਿਹੜੀਆਂ ਵਾਈਫਸ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਔਰ ਕਿਹਾ ਜਾਂਦਾ ਕਿ ਦੋਨੇ ਹੀ ਸ਼ਾਇਦ ਜਿਹੜਾ ਕੋਈ ਇਸ ਤਰ੍ਹਾਂ ਦੇ ਹਾਲਾਤਾਂ 'ਚ ਹੋਈਆਂ ਕਿ ਜਿਹੜਾ ਸ਼ੱਕ ਜਿਹੜਾ ਉਹਨਾਂ 'ਤੇ ਜਾਂਦਾ ਰਿਹਾ। ਪਰ ਜਿਹੜੀਆਂ ਸਾਡੀਆਂ ਅਦਾਲਤਾਂ ਨੇ, ਜਿਵੇਂ ਤੁਸੀਂ ਕਿਹਾ ਕਿ ਉਹ ਐਵੀਡੈਂਸ ਭਾਲਦੀਆਂ ਨੇ ਤੇ ਫੈਸਲੇ ਹੁੰਦੇ ਨਹੀਂ, ਲਟਕਾਏ ਜਾਂਦੇ ਆ ਤੇ ਜਦੋਂ ਕਿਤੇ ਜਾ ਕੇ ਫੈਸਲੇ ਹੁੰਦੇ ਉਦੋਂ ਤੱਕ ਜਿਹੜਾ ਨਿਆਂ ਲੈਣ ਵਾਲਾ ਬੰਦਾ ਹੁੰਦਾ ਉਹਦੇ ਪੱਲੇ ਕੁਝ ਨਹੀਂ ਪੈਂਦਾ। ਆਪਾਂ ਦਿੱਲੀ ਵਾਲੇ ਮਾਹੌਲ ਨੂੰ ਵੇਖ ਲਿਆ, ਹੋਰ ਕਈ ਕੇਸ ਵੇਖ ਲਏ, 30 40 ਸਾਲ ਲਟਕਦੇ ਰਹਿੰਦੇ ਆ। 2019 'ਚ ਇੱਕ ਟੈਕਸਾਸ 'ਚ ਹੋਇਆ ਸੀ ਜੀ, ਇੱਕ ਸਿੱਖ ਅਧਿਕਾਰੀ ਸੀ ਪੁਲਿਸ ਦਾ, ਸੰਦੀਪ ਧਾਲੀਵਾਲ, ਉਹਦਾ ਮਰਡਰ ਹੋਇਆ ਸੀ 2019 'ਚ। ਵੈਸੇ ਸਾਡੀਆਂ ਅਦਾਲਤਾਂ ਨੂੰ ਵੀ ਸਿੱਖਣਾ ਚਾਹੀਦਾ, ਵਰਲਡ ਲੈਵਲ ਤੇ ਹੋਰ ਜਗ੍ਹਾ ਵੀ ਤੇ ਨਿਆਂ ਹੁੰਦਾ। ਉਹਦਾ ਫੈਸਲਾ ਸੁਣਾਇਆ ਜੀ ਜੱਜ ਨੇ ਤੇ 30 ਮਿੰਟ ਤੋਂ ਵੀ ਘੱਟ ਸਮਾਂ ਲਿਆ ਕੰਪਲੀਟ ਕਾਰਵਾਈ ਕਰਦਿਆਂ, ਭਾਵੇਂ ਉਹ 22 'ਚ ਆ ਕੇ ਫੈਸਲਾ ਹੋਇਆ ਤੇ ਉਹਨੂੰ ਦੋਸ਼ੀ ਕਰਾਰ ਦੇਤਾ, ਫੈਸਲਾ ਰਾਖਵਾਂ ਰੱਖ ਲਿਆ। ਤੇ ਇਹੋ ਜਿਹਾ ਕੰਮ ਸਾਡੇ ਸਿਸਟਮ 'ਚ ਕਿਉਂ ਨਹੀਂ ਇੰਟਰੋਡਿਊਸ ਹੋ ਸਕਦਾ? ਅਸਲ 'ਚ ਇਹੀ ਜਿਹੜੀਆਂ ਸਾਡੀਆਂ ਲੂਪ ਹੋਲਸ ਹੈਗੇ ਆ, ਕਮਜ਼ੋਰੀਆਂ ਹੈਗੀਆਂ, ਇਹਦੇ ਲਾਭ ਜਿਹੜੇ ਆ ਕੋਈ ਲੋਕ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਉਠਾਉਂਦੇ ਆ। ਹੋ ਸਕਦਾ ਸਾਰਾ ਕੁਝ ਹੋ ਸਕਦਾ। ਦੇਖੋ ਅੱਜ ਬਹੁਤ ਵੱਡੀ ਇੱਕ ਗੱਲ ਹੋਈ ਹੈ, ਮੈਂ ਹੈਰਾਨ ਹੈ ਵੀ ਕਾਨੂੰਨ ਮੰਤਰੀ ਨੇ ਟੋਟਲ ਯੂਡੀਸੀ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਆ। ਕਿਰਨ ਰਿਜੀਜੂ ਜਿਹੜਾ ਸਾਡਾ ਲਾ ਮਿਨਿਸਟਰ ਹੈ, RSS ਦੇ ਇੱਕ ਪ੍ਰੋਗਰਾਮ ਦੇ ਵਿੱਚ ਬੜੇ ਸਖਤ ਲਹਿਜੇ 'ਚ ਉਹਨੇ ਗੱਲਾਂ ਕੀਤੀਆਂ ਯੂਡੀਸ਼ੀ ਬਾਰੇ। ਉਹਨਾਂ ਨੇ ਕਿਹਾ ਕਿ ਜੱਜਾਂ ਦਾ ਕੰਮ ਉਹ ਨਹੀਂ ਹੁੰਦਾ ਜੋ ਜੱਜ ਅੱਜ ਕੱਲ੍ਹ ਕਰ ਰਹੇ ਆ, ਜੱਜ ਰਾਜਨੀਤੀ ਕਰ ਰਹੇ ਆ। ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਵੀ ਜੱਜ ਰਾਜਨੀਤੀ ਕਰ ਰਹੇ ਆ। ਫਿਰ ਉਹ ਆਪਣੀ ਧਿਰ ਨੂੰ ਜਾਂ ਕਹਿ ਲਓ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕਰਦੇ ਆ, ਉਹਨੂੰ ਬੇਲਾਗ ਵੀ ਦੱਸਦੇ ਆ ਕਿ ਸਾਡਾ ਕੋਈ ਦਖਲ ਨਹੀਂ ਹੈ। ਜੇ ਅਸੀਂ ਦਖਲ ਲਈਏ ਤੇ ਫਿਰ ਲੋਕਾਂ ਨੇ ਕਹਿਣਾ ਲਓ ਜੀ ਸਰਕਾਰ ਜਿਹੜੀ ਹੈ ਉਹ ਕੋਲਜੀਅਮ ਦੇ ਵਿੱਚ ਦਖਲ ਦਿੰਦੀ ਹੈ, ਇਹਨਾਂ ਨੇ ਕੋਲਜੀਅਮ ਆਪਣੇ ਬਣਾ ਲਿਆ। ਇਸ ਬਹੁਤਾ ਸਮਾਂ ਇਹ ਜੱਜ ਜਿਹੜੇ ਆ ਆਪਣੇ ਦੂਜੇ ਜੱਜਾਂ ਦੀ ਨਿਯੁਕਤੀ ਦੇ ਵਿੱਚ ਹੀ ਬਤੀਤ ਕਰ ਦਿੰਦੇ ਆ। ਏਦਾਂ ਦੀਆਂ ਬੜੀਆਂ ਤਿੱਖੀਆਂ ਟਿੱਪਣੀਆਂ ਅੱਜ ਉਹਨਾਂ ਨੇ ਕੀਤੀਆਂ ਜਿਹਦੇ ਤੋਂ ਲੱਗਦਾ ਹੈ ਵੀ ਸਰਕਾਰ ਦੇ ਵਿੱਚ ਕਾਨੂੰਨ ਮੰਤਰੀ ਦੀ ਇੱਕ ਹੈਸੀਅਤ ਹੁੰਦੀ ਹੈ ਵੀ ਕਿਤੇ ਨਾ ਕਿਤੇ ਯੂਡੀਸ਼ਰੀ ਨੂੰ ਹੋਰ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਦੀ ਜਿਹੜੀ ਕਿਤੇ ਨਾ ਕਿਤੇ ਕੋਸ਼ਿਸ਼ ਹੈਗੀ ਹੈ। ਪਹਿਲੇ ਯੂਡੀਸ਼ਰੀ ਜਿਹੜੀ ਹੈ ਉਹਦੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਅਸੀਂ ਬਾਕੀ ਅਦਾਰਿਆਂ ਬਾਰੇ ਤਾਂ ਖੁੱਲ੍ਹ ਕੇ ਗੱਲ ਕਹਿ ਦਿੰਦੇ ਆ ਵੀ ਹਾਂ ਵੀ ਜਿਹੜੀਆਂ ED ਹੈਗੀ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਾਂ CBI ਹੈ ਜਾਂ ਇਨਕਮ ਟੈਕਸ ਹੈ, ਵੀ ਕੇਂਦਰੀ ਏਜੰਸੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਮਿਸਯੂਜ਼ ਹੋ ਰਿਹਾ। ਸੱਤਾ 'ਚ ਬੈਠੇ ਲੋਕ ਜਿਹੜੇ ਆ, ਚਾਹੇ ਹੁਣ ਵਾਲਿਆਂ ਨੇ ਤਾਂ ਬਹੁਤ ਜ਼ਿਆਦਾ ਮਿਸਯੂਜ਼ ਕੀਤਾ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਰਹੇ ਆ ਵੀ ਉਹ ਜਿਹੜੇ ਏਦਾਂ ਦੇ ਕੇਂਦਰੀ ਅਦਾਰੇ ਆ ਉਹਨਾਂ ਦਾ ਮਿਸਯੂਜ਼ ਕਰਦੇ ਆਪਣੇ ਰਾਜਨੀਤਿਕ ਵਿਰੋਧੀਆਂ ਦੇ ਉੱਤੇ ਕਿਤੇ ਨਾ ਕਿਤੇ ਉਹ ਇੱਕ ਦਬਾਅ ਦੀ ਰਾਜਨੀਤੀ ਬਣਾਉਂਦੇ ਆ ਉਹਨਾਂ ਰਾਹੀਂ। ਤੇ ਪਿਛਲੇ ਜਦੋਂ ਤੋਂ 2014 ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਤੇ ਕਿਤੇ ਨਾ ਕਿਤੇ ਗੱਲ ਉੱਠਣ ਲੱਗ ਪਈ ਵੀ ਹੁਣ ਅਦਾਲਤਾਂ ਦੇ ਜਿਹੜੇ ਫੈਸਲੇ ਆਉਂਦੇ ਆ ਉਹ ਵੀ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਨੇ
ਜਿੱਦਾਂ ਰਾਮ ਮੰਦਿਰ ਦੇ ਮਾਮਲੇ ਦੇ ਉੱਤੇ ਗੱਲ ਆਈ ਜਾਂ ਕੁਝ ਹੋਰ ਮਸਲਿਆਂ ਦੇ ਉੱਤੇ ਵੀ। ਪਰ ਹੁਣ ਕਾਨੂੰਨ ਮੰਤਰੀ ਦਾ ਮਤਲਬ ਟੋਟਲ ਜੁਡੀਸ਼ਰੀ ਦੇ ਉੱਤੇ ਤੇ ਮਾਣਯੋਗ ਜੱਜਾਂ ਦੇ ਉੱਤੇ ਜਿਸ ਤਰ੍ਹਾਂ ਦਾ ਹਮਲਾ ਅੱਜ ਅਸੀਂ ਦੇਖ ਰਹੇ ਹਾਂ, ਲੱਗਦਾ ਹੈ ਕਿ ਕੁਝ ਹੋਰ ਵੀ ਹੋਣ ਵਾਲਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਜਿੱਥੇ ਇਹ ਭਾਲ ਰਹੇ ਹਾਂ ਵੀ ਸਾਡੀ ਜੁਡੀਸ਼ਰੀ ਦੇ ਵਿੱਚ ਜਿਹੜੀਆਂ ਕੁਝ ਖਾਮੀਆਂ ਨੇ ਉਹ ਦੂਰ ਹੋਣ, ਉਹ ਇੱਕ ਸੁਤੰਤਰ ਇਕਾਈ ਦੇ ਤੌਰ ਤੇ ਉਹ ਕੰਮ ਕਰੇ, ਕਿਸੇ ਕਿਸਮ ਦਾ ਉੱਥੇ ਦਖਲ ਨਾ ਹੋਵੇ ਤੇ ਜੁਡੀਸ਼ਰੀ ਦੇ ਵਿੱਚ ਕੁਝ ਨਾ ਕੁਝ ਸੋਧਾ ਇਸ ਢੰਗ ਦੇ ਨਾਲ ਹੋਣ ਵੀ ਲੰਮੇ ਸਮੇਂ ਤੱਕ ਲੋਕ ਜਿਹੜੇ ਇਨਸਾਫ ਵਾਸਤੇ ਲਟਕਦੇ ਨਾ ਰਹਿਣ। ਇਸ ਅਦਾਲਤ 'ਚ ਬੰਦੇ ਫਿਰ ਖੋ ਗਏ, ਫੈਸਲੇ ਸੁਣਦਿਆਂ ਥੱਕ ਗਏ, ਆਖੋ ਇਹਨਾਂ ਨੂੰ ਆਪਣੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਇਹ ਜਿਹੜੀ ਪੀੜ੍ਹੀ ਦਰ ਪੀੜ੍ਹੀ ਇਨਸਾਫ ਜਿਹੜਾ ਉਹ ਨਹੀਂ ਮਿਲਦਾ, ਪੀੜ੍ਹੀਆਂ ਬਦਲ ਜਾਂਦੀਆਂ। ਤੁਸੀਂ ਦੇਖ ਲਓ 1984 ਵਾਲਾ 37 ਸਾਲ ਹੋ ਗਏ, ਤੀਜੀ ਪੀੜ੍ਹੀ ਆ ਗਈ ਹੈ। ਏਦਾਂ ਦੇ ਮਤਲਬ ਲੱਖਾਂ ਕੇਸ ਪਏ ਨੇ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ। ਕੁਝ ਕੇਸਾਂ ਬਾਰੇ ਤਾਂ ਮੈਨੂੰ ਇਹ ਵੀ ਜਾਣਕਾਰੀ ਮਿਲੀ, ਮਤਲਬ ਆਜ਼ਾਦੀ ਤੋਂ ਪਹਿਲਾਂ ਦੇ ਵੀ ਕੁਝ ਕੇਸ ਅਦਾਲਤਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਦਾ ਨਿਪਟਾਰਾ ਨਹੀਂ ਹੋ ਸਕਿਆ। ਇਸ ਵੇਲੇ 6 ਕਰੋੜ ਦੇ ਕਰੀਬ ਕੇਸ ਜਿਹੜੇ ਆ ਉਹ ਪੈਂਡਿੰਗ ਪਏ ਅਦਾਲਤਾਂ ਦੇ ਵਿੱਚ ਤੇ ਇਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਪਰ ਉਹਦੀ ਥਾਂ ਦੇ ਉੱਤੇ ਕੁਝ ਹੋਰ ਹੋ ਰਿਹਾ ਜਿਹੜੇ ਕਹਿੰਦੇ ਆ ਕਿ ਅਦਾਲਤਾਂ ਦੇ ਵਿੱਚ ਮਾਣਯੋਗ ਜੱਜ ਰਾਜਨੀਤੀ ਕਰਦੇ ਆ। ਉਹ ਰਾਜਨੀਤੀਵਾਨ ਹੀ ਕਹਿ ਰਿਹਾ, ਕਾਨੂੰਨ ਮੰਤਰੀ ਸਾਡਾ ਕਹਿ ਰਿਹਾ, ਇਹਦਾ ਮਤਲਬ ਕੋਈ ਹੋਰ ਰਾਜਨੀਤੀ ਵੀ ਪਿਉਂਤੀ ਜਾ ਰਹੀ ਹੈ। ਜੀ ਬਿਲਕੁਲ। ਅੱਛਾ ਦਸਾਂਝ ਸਾਹਿਬ, ਕੁੱਲ ਮਿਲਾ ਕੇ ਵਿਦਿਆਰਥੀ ਚੋਣਾਂ ਰਹਿ ਗਈਆਂ ਸਿਰਫ ਪੰਜਾਬ ਯੂਨੀਵਰਸਿਟੀ 'ਚ, ਤੇ ਆਪਾਂ ਇੱਥੇ ਬਹੁਤ ਵਾਰ ਜ਼ਿਕਰ ਕੀਤਾ ਕਿ ਬਹੁਤ ਜ਼ਰੂਰੀ ਇੱਕ ਪੱਖ ਹੈ ਕਿ ਵਿਦਿਆਰਥੀ ਜਿਹੜੇ ਆ ਉਹ ਚੇਤਨ ਵਰਗ ਹੁੰਦਾ ਸਮਾਜ ਦਾ, ਤੇ ਅੱਗੇ ਚੱਲ ਕੇ ਉਹਨਾਂ ਦੇ ਹੱਥ 'ਚ ਦੇਸ਼ ਦੀ ਵਾਗਡੋਰ ਆਉਣੀ ਹੁੰਦੀ ਆ ਤੇ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਿਆਸਤ 'ਚ ਹਿੱਸਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਇੱਥੇ ਦੋ ਰਾਵਾਂ ਵੱਟਿਆ ਹੋਇਆ ਸਮਾਜ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹ ਬਹੁਤ ਜ਼ਰੂਰੀ ਆ, ਕੁਝ ਲੋਕ ਕਹਿੰਦੇ ਆ ਕਿ ਨਹੀਂ, ਉਹਨਾਂ ਦੀ એનર્ਜੀ ਜਿਹੜੀ ਆ ਉਹ ਵੇਸਟ ਹੁੰਦੀ ਆ। ਕੁਝ ਬੱਚੇ ਹੋਰ ਤਰ੍ਹਾਂ ਪੜ੍ਹ ਲਿਖ ਕੇ ਅੱਗੇ ਜਾਣ ਵਾਲੇ ਆ, ਉਹ ਪੋਲੀਟਿਕਸ 'ਚ ਪੈ ਕੇ ਕਿਰਾਏ ਪੈ ਜਾਂਦੇ, ਚਲੋ ਇਹ ਵੱਖਰੀ ਗੱਲ। ਪਰ ਮੈਨੂੰ ਲੱਗਦਾ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹਦਾ ਵੀ ਰੁਝਾਨ ਇੱਦਾਂ ਦਾ ਹੋ ਗਿਆ ਤਾਕਤ ਦੇ ਨਾਲ ਨਾਲ ਰਹਿਣ ਵਾਲਾ। ਜੇ ਮਜੀਠੀਆ ਸਾਹਿਬ ਆਉਂਦੇ ਤੇ ਸੋਈ ਆ ਜਾਂਦੀ ਆ, ਵਿੱਚ ਵਿਚਾਲੇ ਜੇ ਕਨੂਪ੍ਰਿਆ ਆਈ ਤੇ ਆਪਾਂ ਬੜੇ ਲੋਕਾਂ ਨੇ ਇਸ ਗੱਲ ਤੇ ਵਧਾਈਆਂ ਦਿੱਤੀਆਂ ਕਿ ਸਟੂਡੈਂਟਸ ਵਿੱਚ ਬੜੀ ਵੱਡੀ ਚੇਤਨਾ ਆ ਰਹੀ ਆ, ਪ੍ਰੋਗਰੈਸਿਵ ਲੋਕ ਅੱਗੇ ਆ ਰਹੇ ਆ। ਸਟੂਡੈਂਟ ਫਾਰ ਸੁਸਾਇਟੀ ਨਾਂ ਦੀ ਜਥੇਬੰਦੀ ਦੀ ਜਿੱਤ ਹੋਈ ਤੇ ਹੁਣ ਆਪ ਵਾਲਿਆਂ ਦੀ ਜਿੱਤ ਹੋ ਗਈ ਜੀ, ਬੜੀ ਸ਼ਾਨਦਾਰ ਕਹਿੰਦੇ ਆ ਉੱਥੇ। ਦੇਖੋ ਇਹ ਗੱਲ ਠੀਕ ਹੈ ਤੁਹਾਡੀ, ਜਿਹੜੀ ਗੱਲ ਤੁਸੀਂ ਕਹੀ ਹੈ। ਇੱਕ ਪਾਪੂਲਰ ਜਿਹੜੀ ਇੱਕ ਪੋਲਿਟਿਕਸ ਜਿਹੜੀ ਹੈ ਨਾ, ਉਹਦਾ ਦੌਰ ਇਸ ਵੇਲੇ ਚੱਲ ਰਿਹਾ, ਫੈਸ਼ਨ ਵੀ ਹੈ, ਸੱਤਾ ਦੇ ਨਾਲ ਰਹਿਣ ਦਾ ਫੈਸ਼ਨ ਵੀ ਹੈ। ਜਦੋਂ SFS ਆਉਂਦੀ ਹੈ ਉਦੋਂ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਤੇ ਬਾਕੀ ਚੰਡੀਗੜ੍ਹ ਦੇ ਵਿੱਚ ਵੀ ਉਹ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਲੋਕ ਜਿੱਦਾਂ ਲੋਕਾਂ ਨੇ ਅੱਕ ਕੇ ਆਮ ਆਦਮੀ ਪਾਰਟੀ ਨੂੰ ਇੱਕ ਜਿਹੜੀ ਸਪੇਸ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ BJP ਤੋਂ ਔਖੇ ਹੋ ਕੇ ਲੋਕਾਂ ਨੇ ਤਾਜ ਰੱਖਿਆ ਆਮ ਆਦਮੀ ਪਾਰਟੀ ਦੇ ਸਿਰ ਤੇ, ਐਡੀ ਵੱਡੀ ਪ੍ਰਚੰਡ ਜਿੱਤ ਹਾਸਲ ਕਰਵਾਈ ਹੈ। ਏਦਾਂ ਹੀ ਜਦੋਂ ਸਟੂਡੈਂਟ ਫਾਰ ਸੁਸਾਇਟੀ ਆਈ ਤੇ ਉਦੋਂ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਸ਼ਾਇਦ ਸਟੂਡੈਂਟਸ ਨੂੰ। ਉਹ ਨਿਰਾਸ਼ਾ ਦਾ ਆਲਮ ਸੀ ਇੱਕ, ਜਿੱਦਾਂ ਸੁਸਾਇਟੀ 'ਚ ਹੁੰਦਾ ਨਿਰਾਸ਼ਾ ਦਾ ਆਲਮ, ਏਦਾਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ 'ਚ ਵੀ ਸੀ ਵੀ ਅਸੀਂ ਸਾਰਿਆਂ ਨੂੰ ਦੇਖ ਲਿਆ, AVP ਨੂੰ ਦੇਖ ਲਿਆ, ਅਸੀਂ ਸੋਈ ਨੂੰ ਦੇਖ ਲਿਆ, ਵੀ ਕੁਝ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ। ਤੇ ਉਹਨਾਂ ਨੇ ਦੋ ਵਾਰੀ ਉਹਨਾਂ ਨੇ SFS ਨੂੰ ਮੌਕਾ ਦਿੱਤਾ ਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ। ਬਾਅਦ ਵਿੱਚ ਕੁਝ ਪ੍ਰੋਬਲਮਸ ਵੀ ਆ ਜਾਂਦੀਆਂ ਹੁੰਦੀਆਂ, ਉਹ ਆਈਆਂ ਵੀ ਹੈ ਕਿਉਂਕਿ ਇੱਕ ਧਾਰਾ ਦੇ ਲੋਕ ਵੰਡੇ ਵੀ ਗਏ ਉੱਥੇ। ਹੁਣ ਐਤਕੀ ਵੀ SFS ਦੇ ਨਾਲ ਇੱਕ PSU ਲਲਕਾਰ ਨਾਂ ਦਾ ਇੱਕ ਗਰੁੱਪ ਹੈ। ਹੁਣ ਲਗਭਗ ਸੋਚ ਨੇੜੇ ਤੇੜੇ ਹੀ ਹੈ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ, ਪਰ ਚੋਣ ਵੱਖਰੀ ਲੜੀ ਹੈ ਤੇ ਉਹਦੇ ਨਾਲ ਵੋਟਾਂ ਵੰਡੀਆਂ ਵੀ ਜਾਂਦੀਆਂ। ਪਰ ਇਹ ਹੈ ਵੀ ਪੰਜਾਬ ਦੇ ਵਿੱਚ ਸੱਤਾ ਹੁਣ ਆਮ ਆਦਮੀ ਪਾਰਟੀ ਦੀ ਹੈ ਤੇ ਜਿੱਦਾਂ ਸਮਾਜ ਦੇ ਵਿੱਚ ਇੱਕ ਬਦਲਾਅ ਸੀ, ਇੱਕ ਔਖਿਆਈ ਦੇ ਵਿੱਚੋਂ ਨੈਗੇਟਿਵ ਤਰੀਕੇ ਦੀ ਅਪਰੋਚ ਜਿਹੜੀ ਸੀ ਵੀ ਇਹਨਾਂ ਨੂੰ ਇੱਕ ਵਾਰੀ ਸਬਕ ਸਿਖਾਉਣਾ ਤੇ ਇਹ ਨਵੇਂ ਲੋਕ ਜਿਹੜੇ ਦਿਖਾਈ ਦੇ ਰਹੇ ਇਹਨਾਂ ਨੂੰ ਇੱਕ ਮੌਕਾ ਦੇਣਾ। ਏਦਾਂ ਹੀ ਸ਼ਾਇਦ ਉਹ ਸੱਤਾ ਦੇ ਨਾਲ ਹੁਣ ਜਿੱਦਾਂ ਵਿਦਿਆਰਥੀਆਂ ਦਾ ਮੇਲ ਜੋਲ ਵਧਿਆ ਆ ਤੇ ਉਹਦੇ 'ਚ ਚੰਡੀਗੜ੍ਹ ਯੂਨੀਵਰਸਿਟੀ ਦਾ ਨਤੀਜਾ ਇਹ ਦੱਸਦਾ। ਪਰ ਇਹ ਵੀ ਪ੍ਰਧਾਨ ਦੀ ਸੀਟ ਹੀ ਜਿੱਤੀ ਆ ਉਹਨਾਂ ਨੇ, ਬਾਕੀ ਜਿਹੜੀਆਂ ਸੀਟਾਂ ਦੇ ਉੱਤੇ 2-3 ਅਹਿਮ ਜਿਹੜੀਆਂ ਸੀਟਾਂ ਉਹਦੇ ਤੇ ਕਾਂਗਰਸ ਪਾਰਟੀ ਦੀ ਜਿਹੜੀ ਜਥੇਬੰਦੀ NSUI ਜਿੱਤੀ ਹੈ। ਇੱਕ ਸੀਟ ਦੇ ਉੱਤੇ AVP ਵਾਲੇ ਵੀ ਜਿੱਤੇ ਆ, ਅਖਿਲ ਭਾਰਤੀ ਵਿਦਿਆ, ਬਾਕੀ ਰਲਵਾਂ ਜਿਹਾ ਨਤੀਜਾ ਆ। ਪਰ ਪ੍ਰਧਾਨ ਦੀ ਚੋਣ ਸੰਦੀਪ ਖਟਕੜ ਨਾਂ ਦਾ ਨੌਜਵਾਨ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਇੱਕ CYS ਕੁਛ ਏਦਾਂ ਦੀ ਜਥੇਬੰਦੀ ਉਹਨਾਂ ਨੇ ਬਣਾਈ ਹੈ
ਤੇ ਫਿਰ ਮੀਤ ਹੇਅਰ ਉੱਥੇ ਬਾਅਦ ਵਿੱਚ ਗਏ ਵੀ, ਵਧਾਈਆਂ ਵੀ ਦਿੱਤੀਆਂ। ਸੋ ਸੱਤਾ ਦੇ ਨਾਲ ਨਾਲ ਰਹਿਣ ਦਾ ਇੱਕ ਰੁਝਾਨ ਸਾਡੇ ਯੂਥ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਵੀ ਜਿਹੜਾ ਦਿਖਾਈ ਦਿੱਤਾ ਹੈ, ਤੇ ਉਹਦੇ ਤੋਂ ਲੱਗਦਾ ਹੈ ਵੀ ਬਦਲਾਅ ਜਿਹੜਾ ਅਸੀਂ ਭਾਲ ਰਹੇ ਹਾਂ ਉੱਦਾਂ ਦਾ ਬਦਲਾਅ ਹਾਲੇ ਦੂਰ ਹੈ ਜੀ। ਦਸਾਂਝ ਸਾਹਿਬ, ਹਿਮਾਚਲ 'ਚ ਚੋਣਾਂ ਬਿਲਕੁਲ ਆ ਗਈਆਂ, ਡੇਟਾ ਅਨਾਉਂਸ ਹੋ ਗਈਆਂ, ਕਾਂਗਰਸ ਦਛਿੱਤੀ 'ਚ ਲੱਗਦੀ ਆ। ਪਹਿਲਾਂ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਵੀ ਦਛਿੱਤੀ 'ਚ ਲੱਗਦੀ, ਉੱਥੇ ਬੜੇ ਜ਼ੋਰ ਸ਼ੋਰ ਨਾਲ ਸ਼ਾਮਲ ਹੋਏ। ਬਾਅਦ 'ਚ ਸਾਰਾ ਕੁਝ ਸਿਸੋਦੀਆ ਸਾਹਿਬ 'ਤੇ ਛੱਡ ਕੇ ਤੇ ਕੇਜਰੀਵਾਲ ਦੀ ਗੁਜਰਾਤ 'ਚ ਰੁੱਝ ਗਏ, ਭਗਵੰਤ ਮਾਨ ਦੀ ਵੀ ਨੇੜੇ ਵਾਲੀ ਸਟੇਟ ਛੱਡ ਕੇ ਜ਼ਿਆਦਾ ਜ਼ੋਰ ਉੱਥੇ ਲਾ ਰਹੇ ਆ। ਤੇ ਕਾਂਗਰਸ ਜਿਹੜੀ ਆ ਉਹਦੀ ਵੀ ਹਾਲਤ ਉੱਥੇ ਕੋਈ ਏਡੀ ਵਧੀਆ ਲੱਗ ਨਹੀਂ ਰਹੀ। ਉਹਨਾਂ 46 ਸੀਟਾਂ ਅਨਾਉਂਸ ਕੀਤੀਆਂ, ਕਹਿੰਦੇ ਰੌਲਾ ਗੋਲਾ ਬੜਾ ਪਿਆ, ਤੇ ਟੇਕ ਆਖਰਕਾਰ ਉਹਨਾਂ ਪੁਰਾਣੇ ਬੰਦਿਆਂ ਤੇ ਹੀ ਰੱਖੀ। ਕੋਈ ਨਵਾਂ ਚਿਹਰਾ ਸਾਹਮਣੇ ਨਹੀਂ ਆਇਆ, ਨਾ ਹੀ ਕੋਈ ਬਦਲਾਅ ਨਜ਼ਰ ਆਇਆ। ਉਹੀ ਪੁਰਾਣੇ ਘਸੇ ਪਟੇ ਲੋਕ ਫਿਰ ਅੱਗੇ ਲੈ ਆਂਦੇ ਆ। ਤੇ ਇਹਦਾ ਮਤਲਬ ਉਹ ਪਹਿਲਾਂ ਹੀ ਗਿਵ ਅਪ ਕਰ ਚੁੱਕੇ ਆ ਕਿ ਆਪਾਂ ਜਿੱਤਣਾ ਨਹੀਂ ਇਲੈਕਸ਼ਨ ਨੂੰ। ਦੇਖੋ, ਕਾਂਗਰਸ ਨੂੰ ਪੂਰੀ ਤਰ੍ਹਾਂ ਉਹਦੇ 'ਚ ਬਦਲਾਅ ਦੀ ਜ਼ਰੂਰਤ ਹੈਗੀ ਆ। ਇੱਕ ਬਦਲਾਅ ਦੀ ਕੋਸ਼ਿਸ਼ ਜਿਹੜੀ ਆ ਉਹ ਚੋਣਾਂ 'ਚ ਕਹਿੰਦੇ ਕੀਤੀ ਗਈ, ਪਰ ਉਹ ਬਦਲਾਅ ਹੁੰਦਾ ਦਿਖਾਈ ਨਹੀਂ ਦਿੱਤਾ। ਤੇ ਸ਼ਸ਼ੀ ਥਰੂਰ ਦਾ ਆਪਾਂ ਜ਼ਿਕਰ ਕਰ ਰਹੇ ਸੀ, ਉਹ ਸਾਰਾ ਕੁਝ ਜੋ ਗਾਂਧੀ ਪਰਿਵਾਰ ਦੀ ਮਰਜ਼ੀ ਨਾਲ ਚੱਲਣਾ ਹੈ। ਪਰ ਸਟੇਟਸ ਦੇ ਵਿੱਚ ਵੀ ਸਾਰਾ ਕੁਝ ਉਵੇਂ ਹੀ ਹੈ। ਸੂਬਿਆਂ ਦੇ ਵਿੱਚ ਵੀ ਕਾਂਗਰਸ ਪਾਰਟੀ ਜਿਹੜੀ ਜਿਸ ਬਿਮਾਰੀ ਜਿਹੜੀ ਉਹਨੂੰ ਲੱਗ ਚੁੱਕੀ ਉਹ ਤੋਂ ਠੀਕ ਹੁੰਦੀ ਦਿਖਾਈ ਨਹੀਂ ਦੇ ਰਹੀ। ਨਵੇਂ ਲੋਕਾਂ ਦੇ ਵਾਸਤੇ ਸਪੇਸ ਬਹੁਤ ਘੱਟ ਬਣ ਰਹੀ ਹੈ, ਜਿੱਦਾਂ ਤੁਸੀਂ ਹਿਮਾਚਲ ਦਾ ਜ਼ਿਕਰ ਕੀਤਾ। ਪੰਜਾਬ 'ਚ ਵੀ ਏਦਾਂ ਹੀ ਹੈ ਤੇ ਬਾਕੀ ਸੂਬਿਆਂ ਦੇ ਵਿੱਚ ਇਹੀ ਕੁਝ ਹੈ। ਸੋ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਉਹ ਕਸਿਪਿਟੀ ਜਿਹੜੀ ਇੱਕ ਪੋਲਿਟਿਕਸ ਤੇ ਚੱਲਦੇ ਜਾਂਦੇ ਹੋ, ਨਵੇਂ ਲੋਕ ਜਿਹੜੇ ਆ ਉਹਨਾਂ ਤੇ ਤੁਸੀਂ ਯਕੀਨ ਨਹੀਂ ਕਰਦੇ, ਉਮੀਦ ਫਿਰ ਕਿੱਥੋਂ ਨਵੀਂ ਪੈਦਾ ਹੋਣੀ ਹੈ। ਸੋ ਹਿਮਾਚਲ ਦੇ ਨਤੀਜੇ ਕੀ ਆਉਂਦੇ ਕੀ ਨਹੀਂ ਆਉਂਦੇ ਵੱਖਰੀ ਗੱਲ ਹੈ। ਪਰ ਜਿੱਦਾਂ ਤੁਸੀਂ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕੀਤਾ ਹੈ, ਆਮ ਆਦਮੀ ਪਾਰਟੀ ਨੇ ਪਹਿਲਾਂ ਬੜੀ ਜ਼ੋਰ ਸ਼ੋਰ ਦੇ ਨਾਲ ਹਿਮਾਚਲ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਕੰਪੇਨ ਸ਼ੁਰੂ ਕੀਤੀ ਸੀ, ਪਰ ਬਾਅਦ ਵਿੱਚ ਹੁਣ ਜੋ ਦਿਖਾਈ ਦੇ ਰਿਹਾ ਉਹਦੇ 'ਚ ਹੈ ਕਿ ਉਹਨਾਂ ਨੇ ਗੁਜਰਾਤ ਨੂੰ ਸ਼ਾਇਦ ਇੱਕ ਅਹਿਮ ਮੰਨ ਲਿਆ ਤੇ ਉੱਥੇ ਉਹਨਾਂ ਨੂੰ ਉਮੀਦ ਵੀ ਜ਼ਿਆਦਾ ਦਿਖਾਈ ਦੇ ਰਹੀ ਹੈ। ਪਰ ਗੁਜਰਾਤ ਤੇ ਹਿਮਾਚਲ ਦੋਨਾਂ ਥਾਵਾਂ ਦੇ ਉੱਤੇ ਭਾਵੇਂ ਆਮ ਆਦਮੀ ਪਾਰਟੀ ਕੁਝ ਅਚੀਵ ਕਰੇ, ਨੁਕਸਾਨ ਸਭ ਤੋਂ ਜ਼ਿਆਦਾ ਕਾਂਗਰਸ ਦਾ ਹੋਣ ਜਾ ਰਿਹਾ ਹੈ। ਕਿਉਂਕਿ ਆਮ ਆਦਮੀ ਪਾਰਟੀ ਜਿੱਥੇ ਵੀ ਕੁਝ ਅਚੀਵ ਕਰਦੀ ਹੈ, ਬੀਜੇਪੀ ਦੇ ਮੁਕਾਬਲੇ ਦਿੱਲੀ 'ਚ ਬੀਜੇਪੀ ਦੀ ਵੋਟ ਨਹੀਂ ਘਟੀ। ਦਿੱਲੀ 'ਚ ਸਾਰਾ ਆਧਾਰ ਜਿਹੜਾ ਕਾਂਗਰਸ ਦਾ ਉਹ ਆਮ ਆਦਮੀ ਪਾਰਟੀ ਨੇ ਆਪਣੇ ਕਬਜ਼ੇ 'ਚ ਕਰ ਲਿਆ। ਇਹਦੇ ਗੁਜਰਾਤ 'ਚ ਹੋ ਸਕਦਾ ਹੈ, ਹਿਮਾਚਲ 'ਚ ਹੋ ਸਕਦਾ। ਦਸਾਂਝ ਸਾਹਿਬ, ਜਿਹੜਾ ਪੰਜਾਬ 'ਚ ਨਸ਼ੇ ਦੀ ਮਾਰ ਆ ਉਹ ਲਗਾਤਾਰ ਉਹਦੀਆਂ ਖਬਰਾਂ ਆ ਰਹੀਆਂ। ਵੈਸੇ ਦੋ ਵੱਡੀਆਂ ਖਬਰਾਂ ਹਰ ਰੋਜ਼ ਆਉਂਦੀਆਂ ਨੇ ਸੀ, ਕਿਸਾਨ ਖੁਦਕੁਸ਼ੀ ਦੀਆਂ ਤੇ ਇੱਕ ਨਸ਼ਿਆਂ ਨਾਲ ਓਵਰਡੋਜ਼ ਨਾਲ ਮਰਨ ਵਾਲੇ ਬੱਚਿਆਂ ਦੀਆਂ। ਕਿਸਾਨ ਖੁਦਕੁਸ਼ੀਆਂ ਦੀ ਖਬਰ ਥੋੜੀ ਠੱਲੀ ਹੋਈ ਆ, ਪਤਾ ਨਹੀਂ ਖਬਰ ਉਭਾਰ ਕੇ ਨਹੀਂ ਪੇਸ਼ ਕੀਤੀ ਜਾਂਦੀ ਅਜੇ ਕਿ ਖੁਦਕੁਸ਼ੀਆਂ ਅਜੇ ਵੀ ਚੱਲ ਰਹੀਆਂ ਨੇ। ਦੂਜੇ ਪਾਸੇ ਨਸ਼ੇ ਦੇ ਜਿਹੜੇ ਪ੍ਰਕੋਪ ਆ ਉਹ ਅਜੇ ਜਾਰੀ ਆ। ਅੱਜ ਖਬਰ ਆ ਰਹੀ ਆ ਦੁਆਬੇ ਤੋਂ, ਜਲੰਧਰ ਦੇ ਨੇੜੇ ਇੱਕ ਪਿੰਡ 'ਚੋਂ ਸਮੁੱਚੇ ਪਰਿਵਾਰ ਨੂੰ ਇੱਕ ਨਸ਼ੇੜੀ ਨੇ ਅੱਗ ਲਾ ਕੇ ਸਾੜ ਦਿੱਤਾ। ਆਪਣੇ ਸਹੁਰੇ ਘਰ ਜਾ ਕੇ ਆਪਣੇ ਬੱਚਿਆਂ ਨੂੰ, ਆਪਣੀ ਵਾਈਫ ਨੂੰ, ਸੱਸ ਨੂੰ, ਸਹੁਰੇ ਨੂੰ, ਤੇ ਆਪ ਉਹ ਉੱਥੋਂ ਦੌੜ ਗਿਆ। ਇਸੇ ਤਰ੍ਹਾਂ ਇੱਕ ਅੰਮ੍ਰਿਤਸਰ ਤੋਂ ਖਬਰ ਆ ਰਹੀ ਆ, ਦੋ ਸਕੇ ਭਰਾ 5 ਘੰਟਿਆਂ ਦੇ ਵਿੱਚ ਦੋਵਾਂ ਦੀ ਓਵਰਡੋਜ਼ ਨਾਲ ਮੌਤ ਹੁੰਦੀ ਆ। ਇੱਕ ਨੂੰ ਪੁਲਿਸ ਨਸ਼ਾ ਵੇਚਣ ਤੇ ਨਸ਼ਾ ਕਰਨ ਦੇ ਇਲਜ਼ਾਮ 'ਚ ਫੜ ਕੇ ਖੜਦੀ ਆ, ਉਹਦੀ ਤਬੀਅਤ ਵਿਗੜ ਜਾਂਦੀ ਆ। ਤਬੀਅਤ ਵਿਗੜਨ ਦਾ ਮਤਲਬ ਕਿ ਨਸ਼ਾ ਨਹੀਂ ਮਿਲਿਆ ਹੋਏਗਾ, ਜਦੋਂ ਕੋਰਟ ਦੇ ਉਹਦੇ ਵਿੱਚ ਹੋਏਗਾ ਪੁਲਿਸ ਕਸਟਡੀ 'ਚ ਉਹਨੂੰ ਗੁਰੂ ਨਾਨਕ ਹਸਪਤਾਲ ਲਿਆਂਦਾ ਜਾਂਦਾ। ਤੇ ਜਦੋਂ ਦੂਜੇ ਭਰਾ ਨੂੰ ਪਤਾ ਲੱਗਦਾ ਤੇ ਉਹ ਗਮ ਦੇ ਵਿੱਚ ਕਹਿੰਦੇ ਜੀ ਉਹਨੇ ਓਵਰਡੋਜ਼ ਲੈ ਲਈ, ਤੇ ਦੋਨੇ ਭਰਾ ਹੀ ਥੋੜੇ ਘੰਟਿਆਂ ਦੇ ਵਕਫੇ ਬਾਅਦ ਜਿਹੜੇ ਆ ਉਹ ਖਤਮ ਹੋ ਗਏ ਜੀ। ਪਰਿਵਾਰ ਉੱਜੜ ਰਹੇ ਆ, ਪਰ ਸਰਕਾਰ ਕੁਝ ਕਰ ਨਹੀਂ ਰਹੀ। ਸਰਕਾਰ ਤਾਂ ਇਹ ਆ ਕਿ ਦੇਖੋ 7 ਮਹੀਨੇ ਹੋ ਗਏ ਸਰਕਾਰ ਨੂੰ, ਕੋਸ਼ਿਸ਼ਾਂ ਬੜੀਆਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਚਿੰਤਾ ਵਧੀ ਏਦਾਂ ਆ ਵੀ ਕੱਲ ਸੁਖਜੈਨ ਸਿੰਘ ਗਿੱਲ ਜਿਹੜੇ IG ਹੈਡਕੁਆਟਰ ਹੈਗੇ ਆ ਪੰਜਾਬ ਪੁਲਿਸ 'ਚ, ਉਹਨਾਂ ਨੇ ਕਿਹਾ ਵੀ ਨਸ਼ਾ ਜਿਹੜਾ ਆ ਉਹ ਔਰਤਾਂ ਦੇ ਵਿੱਚ ਵੀ, ਯਾਨੀ ਪੰਜਾਬ ਦੀਆਂ ਲੜਕੀਆਂ 'ਚ ਵੀ, ਮਹਿਲਾਵਾਂ 'ਚ ਵੀ ਜਿਹੜਾ ਬਹੁਤ ਵੱਧ ਰਿਹਾ ਹੈ। ਇਸ ਕਰਕੇ ਔਰਤਾਂ ਲਈ ਨਸ਼ਾ ਛਡਾਓ ਕੇਂਦਰ ਵੱਖਰੇ ਤੌਰ ਤੇ ਜਿਹੜੇ ਆ ਬਣਾਏ ਜਾਣਗੇ। ਪੁਲਿਸ ਇਹਦੇ ਲਈ ਇੱਕ ਕੰਪੇਨ ਵੀ ਚਲਾਉਂਦੀ ਹੈ। ਮਤਲਬ ਜੇ ਸਥਿਤੀਆਂ ਇੱਥੇ ਤੱਕ ਆ ਜਾਣ ਤੇ ਫਿਰ ਪਤਾ ਲੱਗ ਜਾਂਦਾ ਹੈ ਕਿ ਹਾਲਾਤ ਸੁਖਾਵੇਂ ਨਹੀਂ ਹੈ, ਹਾਲਾਤ ਲਗਾਤਾਰ ਵਿਗੜੇ ਹੈ। ਤੇ ਜਿਹੜਾ ਕਿਹਾ ਜਾ ਰਿਹਾ ਸੀ ਵੀ ਅਸੀਂ ਡਰੱਗ ਦਾ ਲੱਕ ਤੋੜ ਦੇਣਾ, ਉਹ ਗੱਲਾਂ ਰਹਿ ਗਈਆਂ ਕਿਤੇ ਪਿੱਛੇ, ਤੇ ਚੋਣਾਂ ਜ਼ਰੂਰੀ ਹੋ ਗਈਆਂ ਨੇ। ਪੰਜਾਬ ਬਾਰੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਮਸਲੇ ਜਿਹੜੇ ਆ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਨੇ, ਤੇ ਪਰ ਜਿਹੜੀ ਸਿਆਸਤ ਹੈ ਉਹ ਸਿਰਫ ਚੋਣਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ।
ਸੋ ਜਿੱਥੇ ਤੱਕ ਕਿਸਾਨਾਂ ਦਾ ਮਾਮਲਾ, ਕਿਸਾਨ ਐਜੀਟੇਟ ਨੇ ਤੇ ਵੈਸੇ ਅੱਗੇ ਨਾਲ ਰੁਝਾਨ ਥੋੜਾ ਘਟਿਆ ਲੱਗਦਾ ਹੈ ਸੁਸਾਈਡ ਦਾ, ਪਰ ਇਹ ਜ਼ਰੂਰ ਹੈ ਕਿ ਸਥਿਤੀਆਂ ਜਿਹੜੀਆਂ ਕੋਈ ਬਹੁਤੀਆਂ ਚੰਗੀਆਂ ਨਹੀਂ ਹੈ ਦੋਵਾਂ ਪਾਸਿਆਂ ਤੋਂ। ਕਾਫੀ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਵਿੱਚ ਵੀ ਅਵੇਅਰਨੈਸ ਦੀ ਜ਼ਰੂਰਤ ਹੈ, ਖਾਸ ਤੌਰ ਤੇ ਰਾਜਨੀਤਿਕ ਧਿਰਾਂ ਜਿਹੜੀਆਂ ਉਹਨਾਂ ਨੂੰ ਓਨੈਸਟ ਹੋਣ ਦੀ ਜ਼ਰੂਰਤ ਹੈ, ਇਮਾਨਦਾਰ ਹੋਣ ਦੀ ਜ਼ਰੂਰਤ ਹੈ। ਬਾਕੀ ਗੱਲਾਂ ਹੁਣ ਆਪਾਂ ਕੱਲ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ।